पिछले 2 साल च की हुंदा सी तुहाडा भावें तुहाडे कोल जॉब नहीं, घर बैठे हैं पैंडेमिक च, लेकिन तुहानूं लगदा सी मेरा घर मिलियन दा 1.5 मिलियन दा हो गया। तुहानूं बैठे ही बड़ी खुशी हुंदी सी मेरा घर 5 लाख वध गया। जदों एक वकील कोल चिट्ठी लैण अपने साइन करन जांदे हैं, ਉਹ 'ਚ लिखिया हुंदा ਵੀ ਜਿਹੜਾ ਤੁਸੀਂ $1 ਮਿਲੀਅਨ ਦੀ ਮੌਰਗੇਜ ਲਈ ਹੈ ਤੇ 30 ਸਾਲਾਂ 'ਚ ਤੁਸੀਂ ਕਿੰਨਾ ਪੈਸਾ ਦੇਣਾ ਆ। ਇਹ ਵੀ ਲਿਖਿਆ ਹੁੰਦਾ, ਜਦੋਂ ਉਹ ਪੜ੍ਹ ਲਓ 2.5 ਮਿਲੀਅਨ ਤੁਸੀਂ ਦੇਣਾ ਹੈ, ਸ਼ਾਇਦ ਤੁਸੀਂ ਮਕਾਨ ਹੀ ਨਾ ਲਓ। ਕਿਉਂਕਿ ਰੇਟ ਆਫ ਇੰਟਰਸਟ ਤਾਂ ਕਹਿੰਦੇ ਆਦਤ ਹੈ ਜੀ, ਬਿਲਕੁਲ। ਪਹਿਲਾਂ ਤਕਲੀਫ ਹੁੰਦੀ ਹੈ, ਮੁੜ ਕੇ ਆਦਤ ਪੈ ਜਾਂਦੀ ਹੈ। ਸਾਡੇ ਇੱਥੇ ਬਲਕਿ ਬਰੈਂਪਟਨ 'ਚ ਮੈਂ ਕਹਾਂ ਪੂਰੇ GTA 'ਚ ਕਈ ਐਸੇ ਮਹਾਰਤ ਹੀ ਨੇ ਜਿਨ੍ਹਾਂ ਨੇ ਹੀ ਲੋਕ ਦੇ ਪੈਸੇ ਚੱਕ ਕੇ ਜਿਹੜਾ ਅੱਗੇ ਕਈ ਘਰ ਬੁੱਕ ਵੀ ਕਰਾਏ ਹੋਏ ਨੇ। ਈਵਨ ਕੰਸਟਰਕਸ਼ਨ ਲੋਨ ਦੀ ਪਿਛਲੇ ਹਫ਼ਤੇ ਨਿਊਜ਼ ਸੀ ਕਿ ਵੈਨਕੂਵਰ ਦੀ ਇੱਕ ਬਹੁਤ ਵੱਡੀ ਕੰਸਟਰਕਸ਼ਨ ਲੋਨ ਦੀ ਕੰਪਨੀ ਨੇ ਕੰਸਟਰਕਸ਼ਨ ਲੋਨ ਦੇਣੇ ਬੰਦ ਕਰਤੇ ਜੀ। ਫਿਲਹਾਲ ਜਿਹੜੇ ਇਹ ਇੰਟਰਸਟ ਵਧਣਾ ਆ, ਇਹ ਕੰਸਟਰਕਸ਼ਨ ਲੋਨ ਮਹਿੰਗੇ ਹੋਣੇ, ਤੁਹਾਡੇ ਜਿਹੜੇ ਕਾਰ ਲੋਨ ਹੈ ਉਹ ਮਹਿੰਗੇ ਹੋਣੇ, ਹੀਲੌਕ ਲੋਨ ਮਹਿੰਗੇ ਹੋਣੇ, ਬਿਜ਼ਨਸ ਲੋਨ ਮਹਿੰਗੇ ਹੋਣੇ। ਜਿਹੜਾ ਕਾਮਨ ਲੋਨ ਹੈ ਆਪਣੇ ਲੋਕਾਂ 'ਚ ਹੁੰਦਾ ਕਾਰ ਲੋਨ ਜੀ। ਕਾਰ ਲੋਨ ਤੇ ਕਿਸ ਤਰ੍ਹਾਂ ਦਾ ਇੰਪੈਕਟ ਪਊਗਾ? ਜੇ 25 ਬੇਸਿਸ ਪੁਆਇੰਟ ਇੰਟਰਸਟ ਵੱਧਦਾ ਆ ਤੇ ਘਰ ਦੀ ਕੀਮਤ 3% ਡਿੱਗਦੀ ਆ। ਠੀਕ ਹੈ, ਹਾਊਸਿੰਗ ਪ੍ਰਾਈਸ 3% ਡਿੱਗਦੀ ਆ ਤੇ ਲਾ ਲਓ ਹਿਸਾਬ ਜੇ 1% ਵਧਿਆ ਤੇ ਇੱਕ ਦਿਨ 'ਚ 12% ਡਿੱਗ ਗਈ। ਜੇ ਤੁਹਾਡਾ 2 ਮਿਲੀਅਨ ਦਾ ਘਰ ਹੈਗਾ ਤੇ ਇੱਕ ਦਿਨ 'ਚ 2,40,000 ਤੇ ਗਿਆ। ਇਹ ਕਾਰ ਜਦੋਂ ਅਸੀਂ ਲੈਣ ਗਏ, ਪੁਰਾਣੀ ਕਾਰ ਲੈਣੀ ਸੀ ਤੇ ਹੋਂਡਾ ਐਕੋਰਡ 2019 ਦੀ ਔਰ 40,000 ਕਿਲੋਮੀਟਰ ਚਲੀ ਹੋਈ। ਉਹ ਕਹਿੰਦੇ ਜੀ $38,000 ਦੀ ਆ। ਅੱਛਾ, ਮੈਂ ਕਿਹਾ ਜੀ ਦਿਖਾਓ ਉਹਦਾ ਜਿਹੜਾ ਦੇਖਿਆ ਮੈਂ ਵੀ ਉਹਦੇ ਅੰਦਰ ਉਹਨੇ ਇੱਕ ਫਲਾਣੀ ਇੰਸ਼ੋਰੈਂਸ ਕੋਈ ਪਾਈ ਹੋਈ 2,500 ਦੀ। ਮੈਂ ਕਿਹਾ ਜੀ ਅਸੀਂ ਇੱਦਾਂ ਇਹਨੂੰ ਛੱਡੋ, ਅਸੀਂ ਆਪਣਾ ਪ੍ਰਾਈਵੇਟ ਲੋਨ ਜਾਂ ਅਸੀਂ ਆਪਾਂ ਕੈਸ਼ 'ਤੇ ਲੈ ਲਾਂਗੇ। ਉਹ ਕਹਿੰਦੇ 38,000 ਵਾਲੀ ਫਿਰ ਗੱਡੀ 41,000 ਦੀ ਮਿਲੀ। ਤੇ ਬੈਂਕ ਵਾਲਿਆਂ ਨੇ ਅੱਗੇ ਜਿਹੜੀ ਇਹ ਕਾਰ ਯੂਜ਼ ਕਾਰ ਡੀਲਰ ਨੇ ਉਹਨੂੰ ਇਨਸੈਂਟਿਵ ਦੇ ਰਿਹਾ ਵੀ ਤੁਸੀਂ ਦਿਓ, ਲੋਕਾਂ ਨੂੰ ਚੜਾ ਦਿਓ ਪੱਠੇ ਤੇ ਅਸੀਂ ਆਪੇ ਲੈ ਲਾਂਗੇ ਇਹਨਾਂ ਤੋਂ। ਵੈਸੇ ਇੱਕ ਕਮਾਲ ਦੀ ਗੱਲ ਹੈ ਜੀ, ਚਾਹੇ ਰਿਸੈਸ਼ਨ ਆਏ, ਚਾਹੇ ਇਕਨੋਮੀ ਤਰੱਕੀ ਕਰ ਰਹੀ ਹੋਵੇ, ਚਾਹੇ ਦਿਨ ਚੰਗੇ ਹੋਣ ਚਾਹੇ ਮਾੜੇ ਹੋਣ, ਬੈਂਕਾਂ ਨੂੰ ਹਰ ਜਗ੍ਹਾ ਫਾਇਦਾ। ਸਾਡੇ ਇੱਥੇ ਤੁਸੀਂ ਦੇਖੋ, ਹਾਲਾਂਕਿ ਇਹ ਇੰਟਰਸਟ ਵਧਾ ਰਹੇ ਆ, ਲੇਕਿਨ ਇਹਦਾ ਸਾਡੇ ਇੱਥੇ ਇੰਟਰਸਟ ਵਧਾਉਣ ਦਾ ਇਫੈਕਟ ਤੁਹਾਨੂੰ ਰਾਈਟ ਵੇ ਨਜ਼ਰ ਆਉਣਾ ਸ਼ੁਰੂ ਹੋ ਗਿਆ। ਅਮਰੀਕਾ 'ਚ ਕਿਉਂ ਨਹੀਂ ਹੋਇਆ? ਪਰ ਲੇਕਿਨ ਹੁਣ ਕਈ ਲੋਕ ਇਹ ਵੀ ਪੁੱਛਦੇ ਸ਼ਮੀਲ ਜੀ ਵੀ ਹੁਣ ਆਪਾਂ ਨੂੰ ਫਿਕਸ ਕਰ ਦਈਏ, ਇਟਸ ਟੂ ਲੇਟ ਨਾਓ ਜੀ। ਜੇ ਤੁਸੀਂ ਪਹਿਲਾਂ ਲੋਕਾਂ ਨੂੰ ਕਹੋ ਚੱਕ ਲਓ 0% ਹੋ ਗਿਆ ਹੁਣ ਤੇ ਜੀ ਫਸਾ ਲਿਆ ਨਾ ਜੀ, ਮੁੜ ਕੇ ਫਸਾਉਣ ਤੋਂ ਬਾਅਦ ਫਿਰ ਉੱਤੇ ਚੁੱਕਤਾ। ਇੱਕ ਕਿਸਮ ਦਾ ਧੋਖਾ ਵੀ ਹੋਇਆ ਵੈਸੇ। ਤੇ ਇਸ ਚੀਜ਼ 'ਚ ਹੈਲਪ ਕਰਨ ਵਾਸਤੇ ਅਸੀਂ ਬੇਨਤੀ ਕੀਤੀ ਸੁਰਿੰਦਰਪਾਲ ਸਿੰਘ ਹੋਰਾਂ ਨੂੰ। ਜਾਣੇ ਪਛਾਣੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਫਾਈਨੈਂਸ਼ੀਅਲ ਇਸ਼ੂ ਦੇ ਉੱਤੇ, ਇਕੋਨਮੀ ਦੇ ਇਸ਼ੂਜ਼ ਦੇ ਉੱਤੇ ਇਹ ਬੜੀਆਂ ਗਹਿਰ ਗੰਭੀਰ ਟਿੱਪਣੀਆਂ ਕਾਮੈਂਟ ਕਰਦੇ ਰਹਿੰਦੇ ਨੇ। ਤੇ ਸੁਰਿੰਦਰਪਾਲ ਜੀ ਸਾਡੇ ਨਾਲ ਸਟੂਡੀਓ 'ਚ ਨੇ ਜੀ। ਜੀ ਆਇਆਂ ਨੂੰ, ਵੈਲਕਮ। ਥੈਂਕ ਯੂ ਵੈਰੀ ਮਚ ਸ਼ਮੀਲ ਜੀ, ਇਟ ਇਜ਼ ਆਲਵੇਜ਼ ਅ ਪ੍ਰਿਵਿਲੇਜ ਟੂ ਬੀ ਪਾਰਟ ਆਫ ਯੂਰ ਸ਼ੋ ਸਰ। ਅੱਜ ਤੇ ਤੁਸੀਂ ਬਸੰਤੀ ਰੰਗ 'ਚ ਰੰਗੇ ਹੋ। ਯੈਲੋ ਜੀ। ਤੇ ਬਹੁਤ ਅੱਛਾ, ਤੁਹਾਨੂੰ ਦੇਖ ਕੇ ਮੇਰਾ ਵੀ ਰੂਹ ਖੁਸ਼ ਹੋ ਗਈ। ਸੇਮ ਹੇਅਰ ਸਰ, ਥੈਂਕ ਯੂ। ਤੇ ਕੱਲ ਅਸੀਂ ਰੇਟ ਆਫ ਇੰਟਰਸਟ ਉੱਤੇ ਗਿਆ ਜੀ। ਕੱਲ ਅਸੀਂ ਮੌਰਗੇਜ ਦੀ ਗੱਲ ਕਰ ਰਹੇ ਸੀ ਜੀ, ਪਰ ਗੱਲ ਕੱਲੀ ਮੌਰਗੇਜ ਦੀ ਨਹੀਂ ਹੈ, ਹੋਰ ਵੀ ਜਿਹੜੇ ਲੋਨਸ ਨੇ ਉਹਨਾਂ ਤੇ ਵੀ ਅਸਰ ਪੈਣਾ ਜੀ। ਕੀ ਨੇ ਬਾਕੀ ਜਿਹੜੇ ਜਿਨ੍ਹਾਂ ਬਾਰੇ ਤੁਸੀਂ ਗੱਲ ਕਰ ਸਕਦੇ ਹੋ? ਦੇਖੋ ਸਰ, ਸਭ ਤੋਂ ਵੱਡਾ ਸਾਈਕੋਲੋਜੀਕਲ ਅਸਰ ਪੈਂਦਾ ਇਹਦੇ ਤੇ। ਹਾਲਾਂਕਿ ਕੱਲ 1% ਇੰਟਰਸਟ ਵਧਿਆ ਆ ਔਰ ਇਹ ਨਹੀਂ ਹੈਗਾ ਵੀ ਤੁਹਾਡੀ ਮੌਰਗੇਜ ਪੇਮੈਂਟ ਰਾਈਟ ਵੇ ਵੱਧ ਗਈ ਹੈ। ਸਾਈਕੋਲੋਜੀਕਲੀ ਪੀਪਲ ਫੀਲ ਮੋਰ ਸਕੇਅਰਡ। ਲੋਕ ਜਿਹੜਾ ਨੇ ਤੁਸੀਂ ਦੇਖੋ ਜਦੋਂ ਨਹੀਂ, ਪਰ ਕਈਆਂ ਦੀ ਤੇ ਹੁਣ ਮਤਲਬ ਜੇ ਹਿਸਾਬ ਲਾਈਏ ਕਿ ਮਤਲਬ 200, 400, 500, 700 ਮੇ ਵੀ 1000 ਤੱਕ ਵੀ ਵਧਣੀ ਹੈ ਜੀ। ਬਿਲਕੁਲ ਵਧਣੀ ਹੈ ਸਰ। ਲੇਕਿਨ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ, ਮੈਂ 3 ਬੈਂਕ ਬਾਰੇ ਪੱਕਾ ਗੱਲ ਕਹਿ ਸਕਦਾ, ਰਾਇਲ ਬੈਂਕ, TD ਬੈਂਕ ਐਂਡ CIBC। ਹਾਲਾਂਕਿ ਪਿਛਲੇ 4 ਮਹੀਨੇ ਤੋਂ ਇੰਟਰਸਟ ਵਧ ਰਹੇ ਨੇ। ਉਹਨਾਂ ਨੇ ਜਿਨ੍ਹਾਂ ਦੀ ਵੇਰੀਏਬਲ ਮੌਰਗੇਜ ਹਾਲੇ ਪੇਮੈਂਟ ਨਹੀਂ ਵਧਾਈ। ਔਰ ਇਹ ਬੇਸਿਕਲੀ ਮੈਂ ਸਟੱਡੀ ਕੀਤਾ ਹੈ ਜੀ, ਇਹ ਡਿਪੈਂਡ ਕਰਦਾ ਵੈਨ ਇਟ ਗੋਜ਼ ਬਿਯੋਂਡ ਦ ਟ੍ਰਿਗਰ ਪੁਆਇੰਟ, ਉਸ ਤੋਂ ਬਾਅਦ ਉਹਦੀ ਪੇਮੈਂਟ ਵਧਾਉਣੀ ਸ਼ੁਰੂ ਕਰਨਗੇ। ਲੇਕਿਨ ਇੱਕ ਕੰਜ਼ਿਊਮਰ ਦੇ ਮਾਈਂਡ ਸਾਈਕੋਲੋਜੀਕਲੀ ਇਹ ਹੁੰਦਾ ਵੀ ਮੇਰੀ ਹੁਣ ਜਿਹੜੀ ਡਾਊਨ ਪੇਮੈਂਟ ਹੈ ਉਹ ਘੱਟ ਜਾਣਗੇ ਪੈਸੇ, ਇੰਟਰਸਟ ਪੇਮੈਂਟ ਮੇਰੀ ਜ਼ਿਆਦਾ ਜਾਊਗੀ ਤੇ ਇਸ ਕਰਕੇ ਜਿਹੜਾ ਹੈ ਉਹ ਸਾਈਕੋਲੋਜੀਕਲੀ ਜਿਹੜਾ ਹੈ ਉਹ ਘੱਟ ਪੈਸੇ ਖਰਚੂਗਾ। ਜਿਸ ਤਰ੍ਹਾਂ ਤੁਸੀਂ ਇਹਦਾ ਰਿਵਰਸ ਲੈ ਲਓ, 2 ਸਾਲ ਤੁਸੀਂ ਪਿੱਛੇ ਚਲੇ ਜਾਓ। ਪਿਛਲੇ 2 ਸਾਲ 'ਚ ਕੀ ਹੁੰਦਾ ਸੀ, ਤੁਹਾਡਾ ਭਾਵੇਂ ਤੁਹਾਡੇ ਕੋਲ ਜੌਬ ਨਹੀਂ, ਘਰ ਬੈਠੇ हैं ਪੈਂਡੈਮਿਕ 'ਚ, ਲੇਕਿਨ ਤੁਹਾਨੂੰ ਲੱਗਦਾ ਸੀ ਮੇਰਾ ਘਰ ਮਿਲੀਅਨ ਦਾ 1.5 ਮਿਲੀਅਨ ਦਾ ਹੋ ਗਿਆ।
ਤੁਹਾਨੂੰ ਬੈਠੇ ਹੀ ਬੜੀ ਖੁਸ਼ੀ ਹੁੰਦੀ ਸੀ ਮੇਰਾ ਘਰ 5 ਲੱਖ ਵੱਧ ਗਿਆ। ਪੈਸਾ ਤੁਸੀਂ ਨਿੱਕਾ ਨਹੀਂ ਕਮਾਇਆ, ਲੇਕਿਨ ਤੁਹਾਨੂੰ ਇਹ ਬੜੀ ਖੁਸ਼ੀ ਹੁੰਦੀ ਸੀ ਮੇਰਾ ਘਰ 5 ਲੱਖ ਵੱਧ ਗਿਆ। ਕੋਈ ਗੱਲ ਨਹੀਂ, ਚੱਕ ਦਿਓ ਫਟੇ, ਆਪਾਂ ਹੋਰ ਰੈਨੋਵੇਸ਼ਨ ਕਰੀਏ, ਬੇਸਮੈਂਟ ਬਣਾ ਦਈਏ, ਅੱਗੇ ਲੈਂਡਸਕੇਪਿੰਗ ਵਧੀਆ ਕਰ ਦਈਏ, ਘਰ ਨੂੰ ਹੋਰ ਖੂਬਸੂਰਤ ਕਰੀਏ। ਤੇ ਉਹ ਬੰਦਾ ਪੈਸੇ ਸਪੈਂਡ ਕਰਦਾ ਸੀਗਾ। ਹੁਣ ਉਹੀ ਚੀਜ਼ ਰਿਵਰਸ ਚਲੀ ਗਈ, ਜਿਸ ਤੇ ਕਿ ਸਾਡੇ ਬੈਂਕ ਆਫ ਕੈਨੇਡਾ ਦਾ ਵੀ ਇਹ ਕੁਆਂਟੀਟੇਟਿਵ ਟਾਈਟਨਿੰਗ ਵੀ ਹੈ ਔਰ ਸਭ ਤੋਂ ਵੱਡੀ ਟਾਈਟਨਿੰਗ ਹੈ। ਤੇ ਹੁਣ ਇੱਕ ਸਾਈਕੋਲੋਜੀਕਲ ਇੱਕ ਆਦਮੀ ਦੇ ਦਿਮਾਗ 'ਚ ਇਹ ਵੀ ਆਉਣਾ ਬਈ ਯਾਰ ਮੈਂ ਅੱਗੇ ਮੌਰਗੇਜ ਪੇਮੈਂਟ ਕਿੱਦਾਂ ਪਕਾ ਲੂੰਗਾ, ਵੀ ਅੱਗੇ ਪੇਮੈਂਟ ਵਧੂਗੀ, ਜਿਹਦੀ ਫਿਕਸ ਮੌਰਗੇਜ ਵੀ ਹੈ ਜਦੋਂ ਰਿਨਿਊਅਲ 'ਤੇ ਆਏਗੀ ਮੇਰੀ ਪੇਮੈਂਟ ਵਧੇਗੀ। ਤੇ ਸਾਈਕੋਲੋਜੀਕਲੀ ਜਿਹੜਾ ਹੈ ਜੀ ਇਹ 'ਤੇ ਬਹੁਤ ਵੱਡਾ ਅਸਰ ਹੈ। ਵੈਸੇ ਜੇ ਹੁਣ ਜਿਹੜੇ ਲੋਨਸ ਦੀ ਗੱਲ ਕਰੀਏ, ਮੌਰਗੇਜ ਤੋਂ ਬਿਨਾਂ ਹੋਰ ਕਿਹੜੇ ਲੋਨਸ ਨੇ ਜਿਨ੍ਹਾਂ 'ਤੇ ਇੰਪੈਕਟ ਤੁਹਾਨੂੰ ਲੱਗਦਾ ਵੀ ਜਿਹੜੇ ਇੱਕ ਆਮ ਕੰਜ਼ਿਊਮਰ ਨੂੰ ਧਿਆਨ ਰੱਖਣਾ ਚਾਹੀਦਾ? ਕਈ ਵਾਰ ਅਸੀਂ ਸੋਚਦੇ ਵੀ ਨਹੀਂ ਨਾ। ਜੀ ਦੇਖੋ ਸਰ, ਬਹੁਤ ਸਾਰੇ ਲੋਨਸ ਨੇ। ਦੇਖੋ ਜਿਸ ਤਰ੍ਹਾਂ ਇੱਕ ਆਮ ਆਦਮੀ ਨੇ ਹੀਲੌਕ ਲਈ ਹੁੰਦੀ, ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਲਈ ਹੁੰਦੀ ਆ, ਉਹਦੀ ਪੇਮੈਂਟ ਰਾਈਟ ਵੇ ਤੁਹਾਡੀ ਵੱਧ ਜਾਣੀ ਆ। ਉਹ ਤੁਹਾਨੂੰ ਜਿਹੜੀ ਇੰਟਰਸਟ ਪੇਮੈਂਟ ਦੇਣੀ ਪੈਂਦੀ ਹੈ ਘਰ ਦੇ ਅਗੇਂਸਟ, ਤੁਸੀਂ ਪੈਸੇ ਚੱਕੇ ਹੁੰਦੇ ਆ। ਸਾਡੇ ਇੱਥੇ ਬਲਕਿ ਬਰੈਂਪਟਨ 'ਚ ਮੈਂ ਕਹਾਂ ਪੂਰੇ GTA 'ਚ ਕਈ ਐਸੇ ਮਹਾਰਤ ਹੀ ਨੇ ਜਿਨ੍ਹਾਂ ਨੇ ਹੀਲੌਕ 'ਤੇ ਪੈਸੇ ਚੱਕ ਕੇ ਜਿਹੜਾ ਅੱਗੇ ਕਈ ਘਰ ਬੁੱਕ ਵੀ ਕਰਾਏ ਹੋਏ ਨੇ। ਅੱਛਾ, ਇਹਦਾ ਰਿਪਲ ਇਫੈਕਟ ਦੇਖੋ। ਕੰਸਟਰਕਸ਼ਨ ਲੋਨ ਮਹਿੰਗੇ ਹੋਣਗੇ। ਕੰਸਟਰਕਸ਼ਨ ਲੋਨਸ ਆਰ ਆਲਵੇਜ਼ ਟਾਈਡ ਅਪ ਟੂ ਦੀ ਪ੍ਰਾਈਮ ਰੇਟ ਆਫ ਇੰਟਰਸਟ। ਪ੍ਰਾਈਮ ਰੇਟ ਆਫ ਇੰਟਰਸਟ ਹੁਣ 4.7 ਹੈਗਾ ਆ। ਈਵਨ ਕੰਸਟਰਕਸ਼ਨ ਲੋਨ ਦੀ ਪਿਛਲੇ ਹਫ਼ਤੇ ਨਿਊਜ਼ ਸੀ ਕਿ ਵੈਨਕੂਵਰ ਦੀ ਇੱਕ ਬਹੁਤ ਵੱਡੀ ਕੰਸਟਰਕਸ਼ਨ ਲੋਨ ਦੀ ਕੰਪਨੀ ਨੇ ਕੰਸਟਰਕਸ਼ਨ ਲੋਨ ਦੇਣੇ ਬੰਦ ਕਰਤੇ ਜੀ ਫਿਲਹਾਲ 3 ਸੂਬਿਆਂ 'ਚ, ਮੈਨੀਟੋਬਾ, BC ਐਂਡ ਓਨਟਾਰੀਓ। ਇਨ 3 ਸੂਬਿਆਂ 'ਚ ਉਹਨਾਂ ਨੇ ਬੰਦ ਕਰਤੇ। ਉਹਨਾਂ ਦਾ ਕਹਿਣਾ ਇਹ ਆ ਬਈ ਕੰਸਟਰਕਸ਼ਨ ਲੋਨ, ਜਿਵੇਂ ਤੁਸੀਂ ਬਿਲਡਰ ਹੈਗੇ ਆ, ਕੋਈ ਡਿਵੈਲਪਰ ਹੈ, ਤੁਸੀਂ ਦੇਖਿਆ ਜੀ ਇੱਥੇ ਮੈਂ 100 ਘਰ ਬਣਾਉਣੇ ਆ, ਵੀ ਮੰਨ ਲਓ ਤੁਹਾਡਾ 100 ਮਿਲੀਅਨ ਦਾ ਪ੍ਰੋਜੈਕਟ ਆ, ਤਾਂ ਉਹਨਾਂ ਨੇ ਤੁਹਾਨੂੰ 75 ਮਿਲੀਅਨ ਅਪਰੂਵ ਕਰਤਾ, ਵੀ 75% ਤੁਹਾਨੂੰ ਲੋਨ ਅਪਰੂਵ ਕਰਤਾ। ਜੇ ਤੁਹਾਡੇ ਘਰ ਬਣਨ ਤੋਂ ਪਹਿਲਾਂ ਹੀ 25% ਕੀਮਤ ਡਿੱਗੀ, ਤੁਸੀਂ ਵੇਚੋਗੇ ਕਿੱਥੇ? ਤੁਹਾਡਾ ਪ੍ਰੋਫਿਟ ਵੀ ਨਹੀਂ ਹੈਗਾ। ਔਰ ਪਲੱਸ ਜਿਹੜਾ ਹੈ ਬਿਲਡਰਸ ਨੂੰ ਹੋਰ ਕਈ ਪਾਸੋਂ ਸਕਵੀਜ਼ ਹੈਗਾ ਕਿ ਕਈ ਜਿਹੜੇ ਵਰਕਰਸ ਨੇ ਉਹ ਸਟ੍ਰਾਈਕ ਕਰ ਰਹੇ ਨੇ, ਦੇ ਆਰ ਡਿਮਾਂਡਿੰਗ ਹਾਇਰ ਵੇਜਸ, ਰਾ ਮਟੀਰੀਅਲ ਨਹੀਂ ਆ ਰਿਹਾ, ਰਾ ਮਟੀਰੀਅਲ ਦੀ ਕਾਸਟ ਵੱਧ ਰਹੀ ਹੈ। ਔਰ ਜਿਹੜੇ ਇਹ ਇੰਟਰਸਟ ਵਧਣਾ ਆ, ਇਹ ਕੰਸਟਰਕਸ਼ਨ ਲੋਨ ਮਹਿੰਗੇ ਹੋਣੇ, ਤੁਹਾਡੇ ਜਿਹੜੇ ਕਾਰ ਲੋਨ ਹੈ ਉਹ ਮਹਿੰਗੇ ਹੋਣੇ, ਹੀਲੌਕ ਲੋਨ ਮਹਿੰਗੇ ਹੋਣੇ, ਬਿਜ਼ਨਸ ਲੋਨ ਮਹਿੰਗੇ ਹੋਣੇ। ਔਰ ਬਿਜ਼ਨਸ ਲੋਨ ਦੇਖੋ ਜੀ, ਹਰ ਇੱਕ ਬਿਜ਼ਨਸ ਕੋਈ ਵੀ ਅਦਾਰਾ ਆ ਉਹ ਬੈਂਕ ਤੋਂ ਪੈਸੇ ਲੈ ਕੇ ਉਧਾਰ ਚੁੱਕ ਕੇ ਆਪਣੀ ਜਿਹੜੀ ਉਹ ਕੈਸ਼ ਫਲੋ ਚਲਾਉਂਦਾ ਆ। ਜਦੋਂ ਬੈਂਕ ਨੂੰ ਹਾਇਰ ਰੇਟ ਆਫ ਇੰਟਰਸਟ ਹੋਊਗਾ, ਜਦੋਂ ਬਿਜ਼ਨਸ ਨੂੰ ਹਾਇਰ ਰੇਟ ਆਫ ਇੰਟਰਸਟ ਹੋਏਗਾ, ਨੈਚੁਰਲੀ ਉਹਦੀ ਕੈਰਿੰਗ ਕਾਸਟ ਜ਼ਿਆਦਾ ਹੋਏਗੀ। ਕੈਰਿੰਗ ਕਾਸਟ ਜ਼ਿਆਦਾ ਹੋਏਗੀ ਤੇ ਜਾਂ ਤਾਂ ਜੀ ਉਹ ਕੈਰਿੰਗ ਕਾਸਟ ਨੂੰ ਕੰਜ਼ਿਊਮਰ ਨੂੰ ਅੱਗੇ ਪਾਸ ਔਨ ਕਰੇ। ਜੇ ਕੰਜ਼ਿਊਮਰ ਨੂੰ ਪਾਸ ਔਨ ਕਰੂਗਾ ਤੇ ਜਿਹੜਾ ਤੁਹਾਡਾ ਇੱਕ ਮੋਟਿਵ ਸੀਗਾ ਵੀ ਇਨਫਲੇਸ਼ਨ ਨੂੰ ਘਟਾਉਣਾ ਆ, ਉਹ ਤਾਂ ਨਹੀਂ ਪੂਰਾ ਹੋਇਆ ਨਾ, ਉਹ ਤਾਂ ਕੰਜ਼ਿਊਮਰ ਨੂੰ ਹੋਰ ਮਹਿੰਗਾ ਦੇਣਾ ਪਊਗਾ। ਤੇ ਇਹਦੇ ਕਈ ਇਫੈਕਟ ਨੇ ਸਰ। ਉਸ ਪਾਸੇ ਜਾਂਦੇ ਆਪਾਂ, ਜਿਵੇਂ ਮੇਰੇ ਕੋਲ ਕੁਐਸਚਨ ਵੀ ਆ ਰਹੇ ਨੇ ਕਾਰ ਲੋਨ ਬਾਰੇ, ਕਾਫੀ ਜਾਣਨਾ ਚਾਹੁੰਦੇ ਨੇ ਤੇ ਕਿਵੇਂ ਇੰਪੈਕਟ ਪਏਗਾ। ਸੁਰਿੰਦਰਪਾਲ ਜੀ, ਜਿਵੇਂ ਮੇਰੇ ਕੋਲ ਸਵਾਲ ਵੀ ਆ ਰਿਹਾ, ਜਿਵੇਂ ਦੂਸਰਾ ਮੇਜਰ ਲੋਨ ਜਿਹੜਾ ਕਾਮਨ ਲੋਨ ਹੈ ਆਪਣੇ ਲੋਕਾਂ 'ਚ ਹੁੰਦਾ, ਕਾਰ ਲੋਨ ਜੀ, ਕਾਰ ਲੋਨ ਤੇ ਕਿਸ ਤਰ੍ਹਾਂ ਦਾ ਇੰਪੈਕਟ ਪਊਗਾ? ਕਾਰ ਲੋਨ ਤੇ ਤੁਹਾਡੀ ਮੰਥਲੀ ਪੇਮੈਂਟ ਵੱਧ ਜਾਊਗੀ ਜੀ। ਅੱਛਾ ਜੀ, ਮਤਲਬ ਮੰਥਲੀ ਪੇਮੈਂਟ ਵੱਧ ਦੇ ਸਕਦੇ ਹੋ ਵੀ ਕਿੰਨਾ ਕੁ ਜਿਵੇਂ ਮੰਥਲੀ ਵਧੇਗਾ? ਦੇਖੋ ਸਰ, ਜੇ ਤੁਸੀਂ ਕਾਰ ਲੋਨ, ਜੇ ਤੁਸੀਂ 50,000 ਦਾ ਪੁੱਛਿਆ ਸੀ ਮੈਨੂੰ ਵੀ 50,000 ਤੁਹਾਡਾ ਕਾਰ ਲੋਨ ਹੈਗਾ ਤੇ ਮੰਥਲੀ ਪੇਮੈਂਟ ਸਿਰਫ 1% ਪਿੱਛੇ $42 ਪਰ ਮੰਥ ਹੈਗੀ ਆ, ਜਾਂ ਉਹਦਾ ਅਮੋਰਟਾਈਜ਼ੇਸ਼ਨ ਪੀਰੀਅਡ ਐਕਸਟੈਂਡ ਕਰ ਦਿੱਤਾ ਜਾਊਗਾ। ਜਿਹੜਾ ਤੁਹਾਡਾ ਲੋਨ 7 ਸਾਲ 'ਚ ਮੁੱਕਣਾ ਸੀ ਉਹ ਹੁਣ 7.5 ਸਾਲ 'ਚ ਮੁੱਕੂਗਾ। ਜੇ 5 ਸਾਲ ਸੀ 5.5 ਲਓ, ਉਹ ਦੋਨੋਂ ਚੀਜ਼ਾਂ ਵੀ ਹੋ ਸਕਦੀਆਂ ਬਈ। ਜਾਂ ਤਾਂ ਤੁਸੀਂ ਅਮੋਰਟਾਈਜ਼ੇਸ਼ਨ ਪੀਰੀਅਡ, ਜਿਵੇਂ ਕਾਰ ਦਾ ਲੋਨ ਹੈ, ਕਿਸੇ ਵੀ ਚੀਜ਼ ਦਾ ਲੋਨ ਹੈ, ਉਹਦਾ ਇੱਕ ਪੀਰੀਅਡ ਹੁੰਦਾ ਬਈ ਤੁਸੀਂ 5 ਸਾਲ ਦਾ ਲੋਨ ਲਿਆ, 3 ਸਾਲ ਦਾ ਲਿਆ, 6 ਸਾਲ ਦਾ ਲਿਆ, ਜਿੰਨੇ ਚਿਰ ਦਾ ਲਿਆ ਉਹਦੇ ਇੰਟਰਸਟ ਕਾਸਟ ਨੂੰ ਉਹਦੇ 'ਚ ਡਿਵਾਈਡ ਕਰਕੇ ਉਹ ਤੁਹਾਡੀ ਮੰਥਲੀ ਇੰਸਟਾਲਮੈਂਟ ਜਿਹੜੀ ਵਧਾ ਦਿੱਤੀ ਜਾਂਦੀ ਹੈ ਜੀ। ਤੇ ਬਾਕੀ ਜਿਹੜੇ ਹੋਰ ਪਰਸਨਲ ਲੋਨਸ ਨੇ, ਕਿਸੇ ਤਰ੍ਹਾਂ ਦਾ ਵੀ ਲੋਨ ਹੈ ਜਿਹੜਾ ਸਾਰਿਆਂ ਦੀ ਪੇਮੈਂਟ ਵੱਧ ਜਾਣੀ ਹੈ? ਐਬਸੋਲੂਟਲੀ ਸਰ, ਹਰ ਇੱਕ ਦੀ ਵੱਧ ਜਾਣੀ ਹੈ। ਅੱਛਾ, ਇਹਦਾ ਫਾਇਦਾ ਵੀ ਤੁਹਾਨੂੰ ਮੈਂ ਦੱਸ ਦਿਆਂ ਸਰ। ਇਹ ਜਿਹੜਾ ਇਨਵੈਸਟਰ ਹੈ, ਇਨਵੈਸਟਰ ਨੂੰ ਇੰਟਰਸਟ ਟੈਕਸ ਡਿਡਕਟੇਬਲ ਐਕਸਪੈਂਸ ਹੁੰਦਾ ਜੀ। ਓਕੇ, ਜੇ ਤੁਸੀਂ ਸਪੋਜ਼ ਤੁਹਾਡੇ ਕੋਲ ਇੱਕ ਘਰ, ਤੁਸੀਂ ਆਪਣੇ ਜਿੱਥੇ ਰਹਿੰਦੇ ਆ ਪ੍ਰਿੰਸੀਪਲ ਰੈਜ਼ੀਡੈਂਸ ਤੋਂ ਇਲਾਵਾ ਇੱਕ ਘਰ ਤੁਸੀਂ ਹੋਰ ਲਿਆ ਹੋਇਆ, ਉਸ ਘਰ ਤੇ ਤੁਹਾਡਾ ਜੇ ਸਾਲ ਦਾ ਪਹਿਲਾਂ ਇੰਟਰਸਟ ਸੀ, ਤੁਸੀਂ ਮੰਨ ਲਓ $1 ਮਿਲੀਅਨ ਦੀ ਮੌਰਗੇਜ ਸੀਗੀ, $1 ਮਿਲੀਅਨ ਦੀ ਤੁਹਾਡੀ ਮੌਰਗੇਜ ਸੀਗੀ, ਤੁਸੀਂ ਮੰਨ ਲਓ ਉਹਦੀ ਪੇਮੈਂਟ ਜਿਹੜੀ ਹੈ ਉਹ $3,500 ਮੰਥਲੀ ਕਰਦੇ ਸੀਗੇ, ਠੀਕ ਹੈ। ਸਾਲ ਦੀ ਤੁਸੀਂ 42,000 ਪੇਮੈਂਟ ਕੀਤੀ, ਲੇਕਿਨ ਇੰਟਰਸਟ 1 ਸਾਲ ਪਹਿਲਾਂ 1.5% ਸੀਗਾ ਤੇ $1 ਮਿਲੀਅਨ ਤੇ 1.5% ਯਾਨੀ ਕਿ ਤੁਸੀਂ 15,000 ਇੰਟਰਸਟ ਰਾਈਟ ਆਫ ਕੀਤਾ। ਬੇਸ਼ੱਕ ਤੁਸੀਂ 42,000 ਪੇ ਕੀਤੇ ਆ, ਲੇਕਿਨ ਇੰਟਰਸਟ ਤੁਸੀਂ ਰਾਈਟ ਆਫ ਸਿਰਫ
15,000 ਕੀਤਾ, ਜਿਹੜਾ 1.5% ਸੀਗਾ। ਬਾਕੀ ਤੁਹਾਡਾ ਮੂਲ 'ਚ ਗਿਆ ਆ, ਉਹ ਤੁਹਾਡਾ ਮੂਲ ਘਟਿਆ ਆ, ਜਿਹੜਾ ਲੋਨ ਤੁਹਾਡਾ ਮਿਲੀਅਨ ਸੀ ਉਹ ਘਟ ਰਹਿ ਗਿਆ। ਤੇ ਉਹ ਜੇ ਹੁਣ ਤੁਹਾਡਾ ਪ੍ਰਿੰਸੀਪਲ ਜਿਹੜਾ ਇਨਵੈਸਟਮੈਂਟ ਪ੍ਰਾਪਰਟੀ ਤੇ ਰੇਟ ਆਫ ਇੰਟਰਸਟ ਵੱਧ ਗਿਆ ਹੈ, ਜੇ ਤੁਸੀਂ ਇਸ ਸਾਲ 4% ਪੇ ਕੀਤਾ ਆ, ਮਤਲਬ $1 ਮਿਲੀਅਨ ਤੇ 4% ਯਾਨੀ ਕਿ 40,000 ਇੰਟਰਸਟ ਪੇ ਕੀਤਾ, ਤਾਂ ਤੁਹਾਡਾ ਇੰਟਰਸਟ 40,000 ਰਾਈਟ ਆਫ ਹੋਏਗਾ। ਤੇ ਚੂੰਕਿ ਤੁਹਾਡਾ ਇੰਟਰਸਟ ਰੇਟ ਜ਼ਿਆਦਾ ਰਾਈਟ ਆਫ ਹੋਇਆ ਤੇ ਤੁਹਾਡੀ ਜਿਹੜੀ ਇਨਕਮ ਟੈਕਸ ਪੇਏਬਲ ਹੈ ਉਹ ਘਟ ਜਾਏਗਾ, ਤਾਂ ਉਸ ਗੱਲ ਨੂੰ ਤੁਹਾਨੂੰ ਫਾਇਦਾ ਵੀ ਹੈ ਸਰ। ਜਾਂ ਜਿਹੜੇ ਜਿਨ੍ਹਾਂ ਨੇ ਕੋਈ ਸੇਵਿੰਗਸ ਵਗੈਰਾ ਕੀਤੀਆਂ ਨੇ ਉਹਨਾਂ ਨੂੰ ਵੀ ਕੁਝ ਫਾਇਦਾ ਇਹਦਾ ਹੋਣਾ? ਬਿਲਕੁਲ ਸਰ, ਇਹਦੇ 'ਚ ਜਿਹੜਾ ਨੇ ਸੇਵਿੰਗ ਕੀਤੀ ਹੈ ਜਾਂ ਸੇਵਿੰਗ ਦੇ ਹੈਬਚੁਅਲ ਨੇ, ਰਿਟਾਇਰੀਜ਼ ਮੋਸਟਲੀ 65+, 70+, ਦੇ ਡੋਂਟ ਇਨਵੈਸਟ ਇਨ ਰੀਅਲ ਸਟੇਟ। ਉਹ ਨਾ ਸਟਾਕ ਮਾਰਕੀਟ 'ਚ ਜਾਂਦੇ ਆ, ਨਾ ਮਿਊਚੁਅਲ ਫੰਡ 'ਚ ਜਾਂਦੇ ਆ, ਕਿਉਂਕਿ ਉਹਨਾਂ ਨੇ ਆਪਣੀ ਸਾਰੀ ਲਾਈਫ ਦੀ ਸੇਵਿੰਗ ਕੀਤੀ ਹੁੰਦੀ ਹੈ। ਉਹਨਾਂ ਨੇ ਹੋਰ 10-20 ਸਾਲ ਜਿਹੜਾ ਜੀਣਾ ਉਹ ਆਰਾਮ ਨਾਲ ਉਹਨੂੰ ਮੰਨਣਾ ਚਾਹੁੰਦੇ ਆ, ਤੇ ਉਹ ਫਿਕਸ ਡਿਪੋਜ਼ਿਟ ਦੇ ਅੰਦਰ ਜਾਂ GIC ਦੇ ਅੰਦਰ ਜਾਂ ਮਤਲਬ ਇੱਕ ਸਿੰਪਲ ਸੇਵਿੰਗ ਇੰਟਰਸਟ ਦੇ ਅੰਦਰ ਰੱਖਦੇ ਨੇ। ਉਹਨਾਂ ਨੂੰ ਜ਼ਰੂਰ ਇਹਦੇ ਅੰਦਰ ਫਾਇਦਾ ਹੋਊਗਾ। ਔਰ ਦੂਸਰੀ ਗੱਲ ਜਿਹੜੀ ਹੈ ਜੀ, ਸਭ ਤੋਂ ਵੱਡਾ ਜਿਹੜਾ ਮੈਂ ਦੱਸਿਆ ਕਿ ਫੀਲ ਗੁੱਡ ਫੈਕਟਰ ਜਿਹੜਾ ਹੈ ਉਹ ਇੱਕ ਤਾਂ ਖਤਮ ਹੋ ਗਿਆ, ਉਹ ਰਿਵਰਸ ਹੋ ਗਿਆ। ਸਵਾਏ ਰਿਟਾਇਰੀਜ਼ ਦੇ ਸਰ। ਕੈਨੇਡਾ ਨੂੰ ਤੇ ਕੰਟਰੀ ਔਰ ਰਿਟਾਇਰੀਜ਼ ਹੀ ਕਹਿੰਦੇ ਆ ਜੀ। ਪਰ ਅੱਛੀ ਗੱਲ ਹੈ ਸਰ, ਇੱਥੇ ਰਿਟਾਇਰੀਜ਼ ਨੂੰ ਬੜੇ ਅੱਛੇ ਸੋਸ਼ਲ ਬੈਨੀਫਿਟਸ ਵੀ ਨੇ। ਇੱਕ ਸਾਈਕੋਲੋਜੀਕਲ ਇਫੈਕਟ ਮੈਂ ਤੁਹਾਨੂੰ ਉਦਾਹਰਨ ਦਿੰਦਾ ਜੀ। ਕੱਲ ਮੈਂ ਗਲੋਬਲ ਮੇਲ 'ਚ ਪੜ੍ਹਿਆ ਸੀ ਸਟੈਟਸ ਦੇ ਹਿਸਾਬ ਨਾਲ, ਜੇ 25 ਬੇਸਿਸ ਪੁਆਇੰਟ ਇੰਟਰਸਟ ਵੱਧਦਾ ਆ ਤੇ ਘਰ ਦੀ ਕੀਮਤ 3% ਡਿੱਗਦੀ ਆ। ਠੀਕ ਹੈ, ਹਾਊਸਿੰਗ ਪ੍ਰਾਈਸ 3% ਡਿੱਗਦੀ ਆ। ਜੇ ਲਾ ਲਓ ਹਿਸਾਬ, ਜੇ 1% ਵਧਿਆ ਤੇ ਇੱਕ ਦਿਨ 'ਚ 12% ਡਿੱਗ ਗਈ। ਜੇ ਤੁਹਾਡਾ 2 ਮਿਲੀਅਨ ਦਾ ਘਰ ਹੈਗਾ ਤੇ ਇੱਕ ਦਿਨ 'ਚ 2,40,000 ਤੱਕ ਗਿਆ। So ਦਿਸਦਾ ਨਹੀਂ ਹੈ ਜਿਹੜਾ ਉੱਡ ਗਿਆ ਹਵਾ 'ਚ। But again, this is a paper loss. This is a virtual loss. This is not a it's a real loss. ਪਰ ਸਾਰੀ ਜ਼ਿੰਦਗੀ ਹੈ ਤੇ ਅੱਜਕੱਲ ਵਰਚੁਅਲੀ ਹੈ। ਬਿਲਕੁਲ ਕਿਤੇ ਕਿਸੇ ਦੇ ਕੋਲ ਕੀ ਮਤਲਬ ਸਭ ਡਿਜਿਟ ਹੀ ਨੇ ਬੈਂਕਾਂ 'ਚ। ਵਰਚੁਅਲ ਕਰੰਸੀ ਆ, ਬਲੌਕਚੇਨ ਹੋ ਰਹੀ ਹੈ, ਬਿਟਕੋਇਨ, ਹਰ ਚੀਜ਼ ਵਰਚੁਅਲੀ ਚਲੀ ਹੋਈ ਹੈ ਸਰ ਅੱਜਕੱਲ। ਓਕੇ, ਹੁਣ ਥੋੜ੍ਹਾ ਜਿਹਾ ਅੱਗੇ ਅਸੀਂ ਕੁਐਸਚਨ ਵੀ ਲੈਣੇ ਆ। ਕੁਐਸਚਨ ਤੋਂ ਪਹਿਲਾਂ ਇੱਕ ਕੁਐਸਚਨ ਮੇਰਾ ਹੈ, ਕਿਉਂਕਿ ਤੁਸੀਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨਾਲ ਡੀਲ ਕਰਦੇ ਹੋ, ਥੋੜ੍ਹੀ ਗੱਲ ਅਸੀਂ ਕੱਲ੍ਹ ਵੀ ਕੀਤੀ ਸੀ, ਪਰ ਤੁਸੀਂ ਮੇਰੇ ਖਿਆਲ ਹੈ ਬੈਟਰ ਆਨਸਰ ਕਰ ਸਕਦੇ ਹੋ ਇਹਦਾ, ਕਿ ਜੇ ਹੁਣ ਕਿਸੇ ਦੀ ਮੌਰਗੇਜ ਦੀ ਪੇਮੈਂਟ ਵੱਧ ਗਈ ਹੈ ਜੀ, ਥੋੜ੍ਹੀ ਬਹੁਤ ਤੇ ਚਲੋ $50-100 ਕਿਸੇ ਦੇ ਵਧੇ ਸ਼ਾਇਦ ਮੈਨੇਜੇਬਲ ਹੋਏ, ਪਰ ਕਈਆਂ ਦੀ ਜ਼ਿਆਦਾ ਵੱਧ ਗਈ ਤੇ ਜਿਨ੍ਹਾਂ ਦੀ ਬੜੀ ਪੂਰੀ ਇਨਕਮ ਹੁੰਦੀ ਹੈ ਜੀ, ਉਹਨਾਂ ਲਈ ਆਪਸ਼ਨਸ ਕੀ ਨੇ? ਕਿਵੇਂ ਉਹ ਆਪਣਾ ਇਸ ਨੂੰ ਥੋੜ੍ਹਾ ਜਿਹਾ ਜਿਹੜਾ ਭਾਰ ਵਧਿਆ ਉਹਨੂੰ ਥੋੜ੍ਹਾ ਜਿਹਾ ਸੌਖਾ ਕਰ ਸਕਦੇ ਆ? ਦੇਖੋ ਸਰ, ਪਹਿਲੀ ਗੱਲ ਤਾਂ ਇਹ ਭਾਰ ਉਹਨਾਂ ਤੇ ਹੀ ਵਧਿਆ ਜਿਹੜੇ who are living on edges. We as a financial advisor we always say you should always have a buffer. ਪਰ ਇਹ ਰਿਐਲਿਟੀ ਤੇ ਹੀ ਹੈ ਨਾ ਜੀ, ਐਜਸ ਤੇ ਰਹਿਣ ਵਾਲਿਆਂ ਦਾ ਨੰਬਰ ਬਹੁਤ ਜ਼ਿਆਦਾ। ਹਾਂਜੀ, ਉਹ ਐਜਸ ਤੇ ਜਿਹੜੇ ਰਹਿੰਦੇ ਆ ਉਹਦੇ 'ਚ ਫਿਰ you have to reduce your expenses ਜਿਹੜੇ ਕਿ ਤੁਹਾਨੂੰ ਨਹੀਂ ਚਾਹੀਦੇ, ਜਿਹੜੇ ਲਗਜ਼ਰੀ ਐਕਸਪੈਂਸਿਸ ਨੇ। ਬੈਂਕਾਂ ਨਾਲ ਨੈਗੋਸ਼ੀਏਟ ਕਰਨ ਦੀ ਆਪਸ਼ਨ ਹੁੰਦੀ ਹੈ ਕਿ ਜਿਵੇਂ ਉਹ ਕੁਛ? ਨਾ ਸਰ, ਬੈਂਕ ਤੇ ਇਸ ਟਾਈਮ ਸੋ ਟੈਰੀਫਾਈਡ ਨੇ। ਬੈਂਕਾਂ ਦਾ ਹੀ ਪੈਸਾ ਸਰ, ਤੁਹਾਡਾ ਤਾਂ ਪੈਸਾ ਹੀ ਨਹੀਂ ਹੈ, ਇਹ ਤਾਂ ਬੈਂਕਾਂ ਦਾ ਹੀ ਪੈਸਾ ਲੱਗਿਆ ਹੋਇਆ। ਬੈਂਕ ਜਿਹੜਾ ਜੇ ਤੁਸੀਂ ਜਾ ਕੇ ਕਹੋਗੇ ਵੀ ਮੈਂ ਇਹਨੂੰ ਮੀਟ ਨਹੀਂ ਕਰ ਪਾ ਰਿਹਾ, ਬੈਂਕ ਤਾਂ ਉਹਨੂੰ ਉਸੇ ਟਾਈਮ ਕਹੇ ਬਈ ਇਹਨੂੰ ਕੋਲੈਪਸ ਕਰ ਦਿਓ। ਨਹੀਂ, ਵੀ ਜਿਵੇਂ ਕੋਈ ਉਹਨਾਂ ਦਾ ਐਮੋਰਟਾਈਜੇਸ਼ਨ ਦਾ ਪੀਰੀਅਡ ਕੁਝ ਐਕਸਟੈਂਡ ਕਰੇ, ਕੁਝ ਕਰਦੇ ਐਦਾਂ ਦੀਆਂ ਆਪਸ਼ਨ। ਪਰ ਸਰ, ਜੇ ਤੁਸੀਂ ਐਮੋਰਟਾਈਜੇਸ਼ਨ ਪੀਰੀਅਡ ਐਕਸਟੈਂਡ ਕਰੋਗੇ ਸ਼ਮੀਲ ਜੀ, ਤੁਹਾਡਾ ਅੱਜ ਦੀ ਡੇਟ ਤੇ ਤੁਹਾਨੂੰ ਫਿਰ ਉਹਨਾਂ ਨੂੰ ਮੌਰਗੇਜ ਇੰਟਰਸਟ ਦੇਣਾ। ਅੱਜ ਤੋਂ ਪਿਛਲੇ ਸਾਲ ਜੇ ਤੁਹਾਡੇ ਕੋਲ ਵੇਰੀਏਬਲ ਰੇਟ ਵੀ, ਇਹ ਤਾਂ ਪ੍ਰੋਬਲਮ ਵੇਰੀਏਬਲ ਵਾਲਿਆਂ ਨੂੰ ਹੈ। ਜੇ ਵੇਰੀਏਬਲ ਰੇਟ ਆਫ ਇੰਟਰਸਟ ਤੁਹਾਡੀ ਮੌਰਗੇਜ ਸੀਗੀ ਤੇ ਪਿਛਲੇ ਸਾਲ ਪ੍ਰਾਈਮ -1 ਜਾਂ 1.5% ਤੁਹਾਨੂੰ ਆਮ ਬੈਂਕ ਦੇ ਰਿਹਾ ਸੀਗਾ, ਅੱਜ ਤੁਸੀਂ ਚਲੇ ਜਾਓ ਵੇਰੀਏਬਲ ਤੇ ਵੀ ਤੁਹਾਨੂੰ ਪ੍ਰਾਈਮ -50 ਜਾਂ 75 ਬੇਸਿਸ ਪੁਆਇੰਟ ਦੇਗਾ। ਜੇ ਤੁਸੀਂ ਰੀਫਾਈਨੈਂਸ ਕਰ ਰਹੇ ਹੋ ਤੁਹਾਨੂੰ ਫਾਇਦਾ ਕੀ ਹੋਇਆ? ਤੁਹਾਡਾ ਰੇਟ ਆਫ ਇੰਟਰਸਟ ਤੇ ਵੱਧ ਰਿਹਾ। ਤੇ ਹਾਂ, ਲੇਕਿਨ ਇਹ ਹੈ ਕਿ ਜੇ ਅਮੋਰਟਾਈਜੇਸ਼ਨ ਪੀਰੀਅਡ ਤੁਹਾਡਾ ਵੱਧ ਜਾਂਦਾ ਹੈ ਤੇ ਪਰ ਉਹਦੇ 'ਚ ਫਿਰ ਤੁਹਾਡੀ ਇਹ ਹੈ ਕਿ ਜਦੋਂ ਬੇਸ਼ੱਕ ਅਮੋਰਟਾਈਜੇਸ਼ਨ ਪੀਰੀਅਡ ਵੱਧ ਜਾਏਗਾ, ਲੇਕਿਨ ਤੁਹਾਡੀ ਮੰਥਲੀ ਪੇਮੈਂਟ ਜਿਹੜੀ ਹੈ, ਜਿਹੜੀ ਉਹਨੂੰ ਦੇਖਦੀ ਹੈ ਜਿਹੜੀ ਡੈਟ ਸਰਵਿਸਿੰਗ ਰੇਸ਼ੋ DSR ਰੇਸ਼ੋ ਹੈਗੀ ਆ, ਵੀ ਇਸ ਬੰਦੇ ਕੋਲ ਕਿੰਨਾ ਕੈਸ਼ ਫਲੋ ਹੈ, ਉਹ ਦੇਖ ਕੇ ਬੈਂਕ ਨੇ ਲੋਨ ਦੇਣਾ। ਇਹ ਵੀ ਹੋ ਸਕਦਾ ਹੈ ਆਉਣ ਵਾਲੇ ਟਾਈਮ 'ਚ, ਇਹ ਵੀ ਹੋ ਸਕਦਾ ਸ਼ਮੀਲ ਜੀ। ਦੇਖੋ ਅਮੂਮਨ ਕੀ ਹੁੰਦਾ ਕਿ ਜਦੋਂ ਤੁਹਾਡੀ ਮੌਰਗੇਜ ਰਿਨਿਊਅਲ 'ਤੇ ਆਉਂਦੀ ਆ, ਉਹ ਤੁਹਾਡਾ ਨਾ ਤਾਂ ਕ੍ਰੈਡਿਟ ਚੈੱਕ ਕਰਦੇ, ਨਾ ਤੁਹਾਡੀ ਮੰਥਲੀ ਪੇਮੈਂਟ, ਕੁਛ ਨਹੀਂ ਚੈੱਕ ਕਰਦੇ। ਉਹ ਤੁਹਾਨੂੰ ਇੱਕ ਪ੍ਰਸਕ੍ਰਾਈਬਡ ਰੇਟ 'ਤੇ ਤੁਹਾਡੀ ਮੌਰਗੇਜ ਰਿਨਿਊ ਕਰ ਦਿੰਦੇ ਆ। ਪਰ ਜੇ ਤੁਸੀਂ ਕਹਿ ਚਾਹੁੰਦੇ ਰੀਫਾਈਨੈਂਸ ਕਰਨ ਜਾਂ ਰੀਨੈਗੋਸ਼ੀਏਟ ਕਰਨ, ਦੈਨ ਦੇ ਲੁੱਕ ਐਟ ਟੋਟਲੀ ਫਰੈਸ਼ ਪਰਸਪੈਕਟਿਵ। ਅਤੇ ਉਹ ਫਰੈਸ਼ ਪਰਸਪੈਕਟਿਵ ਜੇ ਤੁਹਾਡੀ ਇਨਕਮ ਘੱਟ ਗਈ ਜਾਂ ਜੋਬ ਚਲੀ ਗਈ, ਉਹ ਤਾਂ ਮੌਰਗੇਜ ਹੀ ਜਾਂਦੇ ਰਹੋਗੇ ਤੁਸੀਂ ਉਸ ਤੋਂ। ਸੋ ਭਾਣਾ ਹੀ ਮੰਨੋ ਹੁਣ ਜ਼ਿਆਦਾ ਬਿਹਤਰ ਇਹੀ ਹੈ ਕਿ ਜੋ ਹੋ ਗਿਆ ਜੀ। ਸੁਰਿੰਦਰਪਾਲ ਜੀ, ਇੱਕ ਮੈਸੇਜ ਆਇਆ ਮੇਰੇ ਕੋਲ, ਇਹ ਕਹਿੰਦੇ ਨੇ ਕਿ ਜਿਹੜੀ ਕਾਰ ਫਾਈਨੈਂਸ ਦਾ ਬਿਜ਼ਨਸ ਹੈ ਇਹ ਆਮ ਕਰਕੇ 300 ਬਿਲੀਅਨ ਦਾ ਜੀ,
ਤੇ ਪੈਂਡੈਮਿਕ ਤੋਂ ਬਾਅਦ ਇਹ ਵੱਧ ਕੇ 1.8 ਟ੍ਰਿਲੀਅਨ ਦਾ ਹੋ ਗਿਆ ਜੀ। ਤੇ ਕਹਿੰਦੇ ਨੇ ਕਿ ਜਿਹੜੀਆਂ ਰੀਪੋਜੈਸ਼ਨ ਕੰਪਨੀਜ਼ ਨੇ ਹੁਣ ਗੱਡੀਆਂ ਕਬਜ਼ੇ 'ਚ ਕਰਨ 'ਚ ਦੀ ਮੁਹਿੰਮ ਉਹਨਾਂ ਨੇ ਸ਼ੁਰੂ ਕੀਤੀ ਹੋਈ ਹੈ। ਕੀ ਇਸ ਤੋਂ ਇਹ ਸੰਕੇਤ ਸਮਝਣਾ ਚਾਹੀਦਾ ਕਿ ਆਉਣ ਵਾਲਾ ਟਾਈਮ ਅਜੇ ਮਾੜਾ ਡੈਫੀਨੇਟਲੀ ਆਊਗਾ ਸਰ, ਹਲੇ ਦ ਵਰਸਟ ਇਜ਼ ਯੈਟ ਟੂ ਕਮ। ਅੱਛਾ, ਕਾਰ ਫਾਈਨੈਂਸ ਦੀ ਜਿਹੜੀ ਤੁਸੀਂ ਗੱਲ ਕੀਤੀ 300 ਬਿਲੀਅਨ ਜਿਹੜਾ ਓਵਰ $1 ਟ੍ਰਿਲੀਅਨ ਪਹੁੰਚ ਗਿਆ, ਇਹ ਮੇਰਾ ਆਪਣਾ ਜਾਤੀ ਤਜਰਬਾ ਹੈ ਜੀ। ਪਿਛਲੇ ਹਫ਼ਤੇ ਮੇਰੇ ਇੱਕ ਦੋਸਤ ਦਾ ਬੇਟਾ ਇੰਡੀਆ ਤੋਂ ਆਇਆ ਤੇ ਉਹਨੂੰ ਕਾਰ ਲੈਣੀ ਸੀ, ਕਹਿੰਦਾ ਅੰਕਲ ਮੇਰੇ ਨਾਲ ਚੱਲੋ। ਤੇ ਕਾਰ ਜਦੋਂ ਅਸੀਂ ਲੈਣ ਗਏ, ਪੁਰਾਣੀ ਕਾਰ ਲੈਣੀ ਸੀਗੀ ਤੇ ਹੋਂਡਾ ਐਕੋਰਡ 2019 ਦੀ ਔਰ 40,000 ਕਿਲੋਮੀਟਰ ਚੱਲੀ ਹੋਈ, ਉਹ ਕਹਿੰਦੇ ਜੀ ਇਹ $38,000 ਦੀ ਆ। ਅੱਛਾ, ਮੈਂ ਕਿਹਾ ਜੀ ਦਿਖਾਓ। ਉਹਦਾ ਜਿਹੜਾ ਦੇਖਿਆ ਮੈਂ ਵੀ ਉਹਦੇ ਅੰਦਰ ਉਹਨੇ ਇੱਕ ਫਲਾਣੀ ਇੰਸ਼ੋਰੈਂਸ ਕੋਈ ਪਾਈ ਹੋਈ 2,500 ਦੀ। ਮੈਂ ਕਿਹਾ ਜੀ ਇਹ ਇੰਸ਼ੋਰੈਂਸ ਕਾਹਦੀ ਆ? ਉਹ ਕਹਿੰਦੇ ਜੀ ਇੰਸ਼ੋਰੈਂਸ ਇਹ ਹੈ ਵੀ ਜੇ ਤੁਸੀਂ ਡੀਫਾਲਟ ਕਰ ਗਏ, ਵੀ ਟੇਕਿੰਗ ਏ ਰਿਸਕ, ਜਿਸ ਤਰ੍ਹਾਂ CMSC ਦੀ ਇੰਸ਼ੋਰੈਂਸ, ਇਸ ਤਰ੍ਹਾਂ ਸ਼ਾਇਦ ਕੋਈ ਇੰਸ਼ੋਰੈਂਸ ਹੋਊਗੀ ਤੇ ਪਲੱਸ ਇੱਕ $500 ਫਾਈਨੈਂਸ ਚਾਰਜਸ ਪਾਏ ਹੋਏ। ਮੈਂ ਕਿਹਾ ਜੀ ਅਸੀਂ ਇੱਦਾਂ ਇਹਨੂੰ ਛੱਡੋ, ਤੁਸੀਂ ਅਸੀਂ ਆਪਣਾ ਪ੍ਰਾਈਵੇਟ ਲੋਨ ਜਾਂ ਅਸੀਂ ਆਪਣਾ ਕੈਸ਼ 'ਤੇ ਲੈ ਲਾਂਗੇ। ਉਹ ਕਹਿੰਦੇ 38,000 ਵਾਲੀ ਫਿਰ ਗੱਡੀ 41,000 ਦੀ ਮਿਲੇਗੀ ਤੇ ਘਟਾਉਣੇ ਤੇ ਕੀ 3,000 ਹੋਰ ਵਧਾਤੇ ਉਹਨੇ। ਤੇ ਮੈਂ ਕਿਹਾ ਜੀ ਇਹ 41,000 ਦੀ ਕਿਉਂ ਮਿਲੇਗੀ? ਤੁਸੀਂ ਤੁਸੀਂ ਕੱਢੋ ਇੰਸ਼ੋਰੈਂਸ, ਜਦੋਂ ਕੈਸ਼ ਲੈ ਰਹੇ ਆ ਜਾਂ ਫਾਈਨੈਂਸ ਅਸੀਂ ਕਰਾ ਹੀ ਨਹੀਂ ਰਹੇ ਤਾਂ ਫਾਈਨੈਂਸ ਚਾਰਜਸ ਕਾਹਦੇ ਦੇਣੇ? ਉਹ ਕਹਿੰਦੇ ਜੀ ਸਾਨੂੰ ਬੈਂਕਾਂ ਵਾਲੇ ਜਿਹੜੇ ਆ ਉਹਨੇ $3,000 ਦੇਣੇ ਆ ਫਾਈਨੈਂਸ ਕਰਾਉਣ ਦੇ। ਤਾਂ ਬੈਂਕ ਵਾਲਿਆਂ ਨੇ ਅੱਗੇ ਜਿਹੜੇ ਇਹ ਕਾਰ ਯੂਜ਼ ਕਾਰ ਡੀਲਰ ਨੇ ਉਹਨੂੰ ਇਨਸੈਂਟਿਵ ਦੇ ਰਹੇ ਆ ਵੀ ਤੁਸੀਂ ਦਿਓ, ਲੋਕਾਂ ਨੂੰ ਚੜ੍ਹਾ ਦਿਓ ਪੱਠੇ ਤੇ ਅਸੀਂ ਆਪੇ ਲੈ ਲਾਂਗੇ ਇਹਨਾਂ ਤੋਂ। ਸੋ ਬੈਂਕਸ ਨੇ ਜਿਹੜਾ ਹੁਣ ਤਾਂ ਪੁਰਾਣਾ ਇੱਕ ਕਹਿੰਦੇ ਹੁੰਦੇ ਸੀ ਨਾ, ਇੱਕ ਮਾਨਤਾ ਹੁੰਦੀ ਸੀ ਵੀ ਜਿਹੜਾ ਸੂਦਖੋਰੀ, ਕਰਜ਼ਾ ਲੈਣਾ ਬੜਾ ਗੁਨਾਹ ਹੈ, ਪਾਪ ਹੈ। ਜੀ। ਇਹ ਜਿਸ ਤਰ੍ਹਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਕੰਮ ਕਰ ਰਹੀਆਂ ਉਹਨਾਂ ਨੂੰ ਦੇਖ ਕੇ ਲੱਗਦਾ ਤੇ ਹੁਣ ਇਹੀ ਹੈ। ਇਟਸ ਅ ਕ੍ਰੋਨੀ ਕੈਪੀਟਲਿਜ਼ਮ ਸਰ, ਇਟਸ ਅ ਕ੍ਰੋਨੀ ਕੈਪੀਟਲਿਜ਼ਮ। ਅੱਗੇ ਹਰਪ੍ਰੀਤ ਹੋਰਾਂ ਦਾ ਮੈਸੇਜ ਹੈ ਕਿ ਜਿਹੜੇ ਜਿਵੇਂ ਸੁਣਨ 'ਚ ਆ ਰਿਹਾ ਵੀ ਬੈਂਕ ਲੋਕਾਂ ਦੇ, ਕਿਉਂਕਿ ਮੌਰਗੇਜ ਵੱਧ ਰਹੀ ਹੈ ਮੰਥਲੀ ਪੇਮੈਂਟ, ਕਿ ਉਹਨਾਂ ਨੂੰ ਅਵੋਇਡ ਕਰਨ ਵਾਸਤੇ ਐਮੋਰਟਾਈਜੇਸ਼ਨ ਪੀਰੀਅਡ 30 ਸਾਲ ਤੱਕ ਲਿਜਾ ਰਹੇ ਨੇ। ਇਹ ਪੁੱਛ ਰਹੇ ਨੇ ਕਿ ਜੇ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਜਿਹੜੇ ਨਵੇਂ ਕਲਾਇੰਟ ਨੇ ਉਹਨਾਂ ਨੂੰ ਵੀ ਇਹ ਹੋਏਗੀ ਸੁਵਿਧਾ? ਸਰ ਨਵੇਂ ਨੂੰ OSFI ਨੇ 1 ਮਹੀਨਾ ਪਹਿਲਾਂ ਜਿਹੜੀ ਆਫਿਸ ਆਫ ਸੁਪਰਡੈਂਟ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਿਹੜੀ ਕਿ ਇਹ ਡਿਜ਼ਾਈਨ ਕਰਦੀ ਹੈ ਮੌਰਗੇਜ ਦੇ ਰੂਲਸ, ਉਹਨਾਂ ਦਾ ਇਹ ਕਹਿਣਾ ਸੀ ਕਿ ਹਾਊਸਿੰਗ ਜਿਸ ਤਰ੍ਹਾਂ ਕਰੈਕਸ਼ਨ ਹੋ ਰਹੀ ਹੈ ਦੇ ਆਰ ਪ੍ਰੀਟੀ ਸੈਟਿਸਫਾਈਡ ਔਰ ਦਸੰਬਰ 'ਚ OSFI ਜਿਹੜਾ ਇਹ ਰੂਲਸ ਨੂੰ ਰਿਵਾਈਜ਼ ਕਰੇਗੀ। ਇਟਸ ਵਾਈਡਲੀ ਐਕਸਪੈਕਟਡ ਕਿ ਉਹ 30 ਸਾਲ ਤੋਂ, ਤੁਹਾਨੂੰ ਯਾਦ ਆ ਪਹਿਲਾਂ ਕੁਝ 10 ਸਾਲ ਪਹਿਲਾਂ 40 ਸਾਲ ਵੀ ਕਰਤਾ ਸੀ ਐਮੋਰਟਾਈਜੇਸ਼ਨ ਪੀਰੀਅਡ, ਤੇ ਸ਼ਾਇਦ 30 ਤੋਂ ਇਹ 35 ਕਰ ਦੇਣਗੇ। ਤੇ ਉਹਦੇ 'ਚ ਜਿਹੜਾ ਕਾਫੀ ਜਿਹੜੀ ਹੈ ਰਾਹਤ ਨਵੇਂ ਜਿਹੜੇ ਇਨਵੈਸਟਰਸ ਨੇ, ਨਵੇਂ ਬਾਇਰਸ ਨੇ, ਉਹਨਾਂ ਨੂੰ ਵੀ ਮਿਲੇਗੀ। ਮੰਥਲੀ ਤੁਹਾਡੀ ਮੌਰਗੇਜ ਪੇਮੈਂਟ ਘੱਟ ਜਾਏਗੀ। ਪਰ ਗੱਲ ਉੱਥੇ ਹੀ ਆ ਗਈ ਵੀ ਜਦੋਂ ਤੁਹਾਡੀ ਇੰਟਰਸਟ ਹੀ ਵੱਧ ਗਿਆ ਤੇ ਉਹ ਦੋਨਾਂ ਨੂੰ ਨਲੀਫਾਈ ਕਰ ਦੂਗਾ ਤੇ ਇੱਕ ਆਮ ਆਦਮੀ ਦੀ ਰੀਚ ਜਿਹੜਾ ਹੈ ਮਕਾਨ ਹੋ ਜਾਊਗਾ ਸਰ। ਵੈਸੇ ਇੱਕ ਕਮਾਲ ਦੀ ਗੱਲ ਹੈ ਜੀ, ਚਾਹੇ ਰਿਸੈਸ਼ਨ ਆਏ, ਚਾਹੇ ਇਕਨੋਮੀ ਤਰੱਕੀ ਕਰ ਰਹੀ ਹੋਵੇ, ਚਾਹੇ ਦਿਨ ਚੰਗੇ ਹੋਣ ਚਾਹੇ ਮਾੜੇ ਹੋਣ, ਬੈਂਕਾਂ ਨੂੰ ਹਰ ਜਗ੍ਹਾ ਫਾਇਦਾ। ਯੈਸ, ਬੈਂਕਸ ਆਰ ਲੈਂਡਿੰਗ ਇੰਸਟੀਟਿਊਸ਼ਨ ਸਰ। ਬੈਂਕਾਂ ਨੇ ਪੈਸੇ ਬਣਾਉਣੇ ਹੀ ਬਣਾਉਣੇ ਹੈ ਸਰ। ਬੈਂਕ ਨੇ ਪੈਸੇ ਲੈਂਡਿੰਗ ਤੋਂ ਹੀ ਬਣਾਉਣੇ ਹੈ ਸਰ। ਪਰ ਇਹਨਾਂ ਨੂੰ ਦੋਨੇ ਪਾਸਿਓਂ ਫਾਇਦਾ ਹੁੰਦਾ। ਬਿਲਕੁਲ ਹਰ ਸਿਚੁਏਸ਼ਨ 'ਚ ਫਾਇਦਾ ਹੋ ਰਿਹਾ। ਐਬਸੋਲੂਟਲੀ ਸਰ। ਔਰ ਇਹ ਬੜੀ ਮੰਦਭਾਗੀ ਗੱਲ ਆ ਕਿ ਸਾਡੇ ਕੰਟਰੀ ਕੈਨੇਡਾ 'ਚ ਇਟਸ ਅ ਵੈਰੀ ਪਾਲਿਸੀ ਮੇਕਿੰਗ ਦਾ ਇਹ ਪੋਲੀਟੀਕਲ ਲੀਡਰਸ ਸ਼ੁੱਡ ਐਡਰੈਸ ਦਿਸ ਇਸ਼ੂ ਕਿ ਦੇਰ ਆਰ ਓਨਲੀ 5 or 6 ਮੇਜਰ ਬੈਂਕਸ ਜਿਹੜੇ ਲੈਂਡਰਸ ਹੈਗੇ ਨੇ। ਤੇ ਸਾਡੇ ਇੱਥੇ ਤੁਸੀਂ ਦੇਖੋ, ਹਾਲਾਂਕਿ ਇਹ ਇੰਟਰਸਟ ਵਧਾ ਰਹੇ ਆ, ਲੇਕਿਨ ਇਹਦਾ ਸਾਡੇ ਇੱਥੇ ਇੰਟਰਸਟ ਵਧਾਉਣ ਦਾ ਇਫੈਕਟ ਤੁਹਾਨੂੰ ਰਾਈਟ ਵੇ ਨਜ਼ਰ ਆਉਣਾ ਸ਼ੁਰੂ ਹੋ ਗਿਆ। ਅਮਰੀਕਾ 'ਚ ਕਿਉਂ ਨਹੀਂ ਹੋਇਆ? ਕਿਉਂਕਿ ਅਮਰੀਕਾ ਦੇ ਅੰਦਰ ਸਰ ਮੋਸਟਲੀ ਮੌਰਗੇਜਸ 30 ਸਾਲ ਦੀਆਂ ਫਿਕਸ ਨੇ ਤੇ ਸਿਰਫ ਇੰਟਰਸਟ ਉਹਦਾ ਹੀ ਵਧੇਗਾ ਨਾ ਜਿਹਦੀ ਮੌਰਗੇਜ ਰਿਨਿਊਅਲ ਤੇ ਆਏਗੀ। ਬਿਲਕੁਲ। ਤੇ ਵੇਰੀਏਬਲ ਤੇ ਬਹੁਤ ਘੱਟ ਨੇ ਉੱਥੇ। ਤੇ ਸਾਡੇ ਇੱਥੇ ਮੋਸਟਲੀ ਮੌਰਗੇਜਸ ਜਿਹੜੀਆਂ ਨੇ ਉਹ ਵੇਰੀਏਬਲ ਹੈਗੀਆਂ ਨੇ। ਜੇ ਫਿਕਸ ਵੀ ਹੈਗੀਆਂ ਨੇ ਤੇ 5 ਸਾਲ ਦੀਆਂ ਫਿਕਸ ਹੈਗੀਆਂ ਨੇ। ਕਿਉਂਕਿ ਸਾਡੇ ਇੱਥੇ ਜਿਹੜੇ ਬੈਂਕਸ ਨੇ ਇਹ 30 years ਦੀ ਫਿਕਸ ਮੌਰਗੇਜ ਦਿੰਦੇ ਹੀ ਨਹੀਂ ਹੈ, ਕਿਉਂਕਿ ਕੰਪੀਟੀਸ਼ਨ ਨਹੀਂ ਹੈ। ਕਿਉਂਕਿ ਸਰਕਾਰੀ ਬੈਂਕਾਂ ਦੀ ਅਸਲ 'ਚ ਕਹਿ ਸਕਦੇ ਹਾਂ ਸਰ ਇਨਡਾਇਰੈਕਟਲੀ। ਯੈਸ, ਯੂ ਕੈਨ ਸੇ ਯੈਸ, they dictate the rules। ਯੈਸ। ਤੇ ਅੱਗੇ ਚਲੋ ਪੁਸ਼ਪਿੰਦਰ ਹੋਰਾਂ ਦਾ ਸਵਾਲ ਹੈ, ਪਰ ਇਹ ਤਾਂ ਇਹ ਹੈਗਾ ਕਿ ਘਰ ਖਰੀਦਣ ਬਾਰੇ, ਪਰ ਇਹ ਸਾਡੇ ਫਿਰ ਟੌਪਿਕ ਤੋਂ ਬਾਹਰ ਚੱਲ ਜਾਏਗੀ ਗੱਲ। ਇਹ ਕਹਿੰਦੇ ਨੇ ਕਿ ਮੇਰੇ ਕੋਲ ਵੇਰੀਏਬਲ ਹੈ ਫਿਕਸ ਵਿਦ 1.32 ਡਿਸਕਨੈਕਟਡ, ਆਰ ਦੇ ਟੇਕਿੰਗ ਬੈਕ?
वेरिएबल माइनस प्राइम माइनस 1.32 हाँ ਉਹ ਹਾਂ ਠੀਕ ਹੈ ਦੇ ਕੈਨੋਟ ਟੇਕ ਯੋਰ ਡਿਸਕਾਊਂਟ ਆਫ ਜੇ ਉਹਨਾਂ ਕੋਲ 1 ਪ੍ਰਾਈਮ ਮਾਈਨਸ 1.32 ਆਫ ਹੈ ਉਹ ਜਿਹੜਾ 1.32 ਦੇ ਕੈਨੋਟ ਟੇਕ ਦਿਸ ਆਫ ਇਹ ਰਹੂਗਾ ਇਹ ਚੰਗੀ ਗੱਲ ਹੈ ਕਿ ਪਰ ਲੇਕਿਨ ਹੁਣ ਕਈ ਲੋਕ ਇਹ ਵੀ ਪੁੱਛਦੇ ਸ਼ਮੀਲ ਜੀ ਵੀ ਹੁਣ ਆਪਾਂ ਨੂੰ ਫਿਕਸ ਕਰ ਦਈਏ ਇਟਸ ਟੂ ਲੇਟ ਨਾਓ ਕਿਉਂਕਿ ਹੁਣ ਜਿਹੜੇ ਇੰਟਰਸਟ ਕਾਫੀ ਹੱਦ ਤੱਕ ਤੇ ਯੂ نو ਵੀ ਆਰ ਇਨ ਮਿਡਲ ਆਫ ਦੈਟ ਕਰਸਟ ਤੇ ਹੁਣ ਜਿਹੜਾ ਹੋਰ ਸ਼ਾਇਦ 3 ਵਾਰੀ ਜਿਹੜਾ ਹੈ 25 to 50 ਬੇਸਿਸ ਪੁਆਇੰਟ ਐਵਰੀ ਟਾਈਮ ਨੈਕਸਟ ਮੀਟਿੰਗਸ ਦੇ ਅੰਦਰ ਬੈਂਕ ਵਧਾ ਦੂਗਾ ਤੇ ਜਿਹੜਾ ਪ੍ਰਾਈਮ ਇਸ ਟਾਈਮ 4.7 ਹੈਗਾ ਆ ਬਾਈ ਈਅਰ ਐਂਡ ਇਟ ਵਿਲ ਬੀ ਐਕਸਪੈਕਟਡ 5.5 to 6% ਔਰ 6% ਵੈਸੇ ਇੰਟਰਸਟ ਨੂੰ ਦੱਸਾਂ ਸ਼ਮੀਲ ਜੀ ਇਹ ਨਿਊਟਰਲ ਰਹਿ ਇਹ ਨਿਊਟਰਲ ਹੈ ਇਹ ਸਾਡੇ ਕੁਝ ਲੋਕ ਜਿਹੜੇ ਨਵੇਂ ਆਏ ਨੇ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਕਿ 2006-7 ਤੱਕ ਤੇ ਆਮ ਗੱਲ ਸੀਗੀ ਕਿ 6% ਤੇ ਮੌਰਗੇਜ ਹੁੰਦੀ ਸੀ ਇਹਦਾ ਜੀ ਅਸਲ 'ਚ ਇਹ ਹੋਇਆ ਮੈਨੂੰ ਲੱਗਦਾ ਕਿ ਤੁਸੀਂ ਪਹਿਲਾਂ ਲੋਕਾਂ ਨੂੰ ਕਹੋ ਚੱਕ ਲਓ 0% ਹੋ ਗਿਆ ਹੁਣ ਤੇ ਜੀ ਫਸਾ ਲਿਆ ਨਾ ਜੀ ਮੁੜ ਕੇ ਫਸਾਉਣ ਤੋਂ ਬਾਅਦ ਫਿਰ ਉੱਤੇ ਚੁੱਕਤਾ ਇੱਕ ਕਿਸਮ ਦਾ ਧੋਖਾ ਵੀ ਹੋਇਆ ਵੈਸੇ ਨਹੀਂ ਸਰ ਜਿੱਦਾਂ ਦੇਖੋ ਦੋਨੋਂ ਗੱਲਾਂ ਹੈ ਸਰ ਜਿਸ ਤਰ੍ਹਾਂ ਹੁਣ ਲੋਕ ਇੱਥੇ ਆਉਂਦੇ ਆ ਜੀ ਅਸੀਂ ਇੰਡੀਆ ਆਇਆ ਉੱਥੋਂ ਆਏ ਹਾਂ ਬੜੀ ਵਧੀਆ ਜੋਬ ਸੀ ਸਾਨੂੰ ਇੱਥੇ ਐਵੇਂ ਦੇਖੋ ਸਰ ਤੁਹਾਨੂੰ ਕੋਈ ਘਰੋਂ ਤਾਂ ਨਹੀਂ ਬੁਲਾਉਣਗੇ ਤੁਸੀਂ ਆਪ ਆਏ ਹੈ ਇੱਥੇ ਕੰਟਰੀ 'ਚ ਪਰ ਇੱਦਾਂ ਦੀ ਗੱਲ ਨਹੀਂ ਵੀ ਜਿਵੇਂ ਕੋਈ ਕੰਪਨੀ ਕਹੇ ਆਹ ਚੀਜ਼ ਚੱਕ ਲਓ ਸਾਡਾ ਪਲਾਨ ਵਾਇਰਲੈਸ ਫ੍ਰੀ ਹੈ ਜਦੋਂ ਹੁਣ ਫ੍ਰੀ ਲੈ ਲਿਆ ਜਾਂ ਸਸਤੇ ਰੇਟ ਤੇ ਮੁੜ ਕੇ ਤੁਸੀਂ ਕੀਮਤ ਵਧਾਤੀ ਉਹਦੀ ਨਹੀਂ ਸਰ you have to be very intelligent consumer also ਤੁਸੀਂ ਉਹ ਚੀਜ਼ ਦੇਖੋ ਉਹਦੇ ਤੁਸੀਂ ਦੇਖੋ ਵੀ ਮੈਂ ਘਰ ਜੇ ਲੈ ਰਿਹਾ ਤੁਸੀਂ ਜੇ ਘਰ ਤੁਸੀਂ ਇਹ ਦੇਖੋ ਵੀ ਜਦੋਂ ਮੌਰਗੇਜ ਜਦੋਂ ਸਟੇਟਮੈਂਟ ਦਿੰਦੇ ਆ ਨਾ ਮੌਰਗੇਜ ਡਿਸਕਲੋਜ਼ਰ ਹੁੰਦਾ ਜਦੋਂ ਇੱਕ ਵਕੀਲ ਕੋਲ ਚਿੱਠੀ ਲੈਣ ਆਪਣੇ ਸਾਈਨ ਕਰਨ ਜਾਂਦੇ ਆ ਉਹ 'ਚ ਲਿਖਿਆ ਹੁੰਦਾ ਵੀ ਜਿਹੜਾ ਤੁਸੀਂ $1 ਮਿਲੀਅਨ ਦੀ ਮੌਰਗੇਜ ਲਈ ਹੈ ਤੇ 30 ਸਾਲਾਂ 'ਚ ਤੁਸੀਂ ਕਿੰਨਾ ਪੈਸਾ ਦੇਣਾ ਆ ਇਹ ਵੀ ਲਿਖਿਆ ਹੁੰਦਾ ਜਦੋਂ ਉਹ ਪੜ੍ਹ ਲਓ 2.5 ਮਿਲੀਅਨ ਤੁਸੀਂ ਦੇਣਾ ਹੈ ਸ਼ਾਇਦ ਤੁਸੀਂ ਮਕਾਨ ਹੀ ਨਾ ਲਓ ਬਈ ਮੈਂ 30 ਸਾਲਾਂ 2.5 ਮਿਲੀਅਨ ਦੇ ਦੇਣੇ ਇਹਨਾਂ ਨੂੰ ਮਿਲੀਅਨ ਦਾ ਮੈਂ 2.5 ਮਿਲੀਅਨ ਜਾਂ 3 ਮਿਲੀਅਨ ਦੇ ਦੇਣਾ ਇਹਨਾਂ ਨੂੰ 3 ਗੁਣਾ ਜਾਂ 4 ਗੁਣਾ ਪੈਸੇ ਦੇ ਦੇਣੇ ਆ ਤੇ ਇਹ ਡਿਸਕਲੋਜ਼ਰ ਤਾਂ ਹੁੰਦਾ ਆ ਲੇਕਿਨ ਇਹ ਸਰ ਕਿ ਇੰਨਾ ਅਵੇਅਰ ਨਹੀਂ ਹੈ ਹਾਂ ਲੋਕੀ ਇੰਨੇ ਅਵੇਅਰ ਨਹੀਂ ਹੈ ਜਿਹਨਾਂ ਦਾ ਫਰਜ਼ ਬਣਦਾ ਉਹਨਾਂ ਨੂੰ ਐਜੂਕੇਟ ਕਰਨ ਦਾ ਉਹ ਵੀ ਨਹੀਂ ਪੂਰਾ ਕਰਦਾ ਅੱਗੇ ਸਵਾਲ ਹੈ ਜੀ ਕਰਨ ਹੋਰਾਂ ਦਾ ਇਹ ਕਹਿੰਦੇ ਨੇ ਕਿ ਜਿਹੜੀ ਹੋਮ ਇਕੁਇਟੀ ਹੈ ਜੀ ਉਹ ਜੇ ਅਸੀਂ ਲੈ ਰਹੇ ਹਾਂ ਤੇ ਉਹਦਾ ਵੀ ਵਧੇਗਾ ਐਬਸੋਲੂਟਲੀ ਸੋ ਉਹਦਾ ਵੀ ਵਧੇਗਾ ਔਰ ਦੂਜੀ ਗੱਲ ਹੋਰ ਤੁਹਾਨੂੰ ਮੈਂ ਦੱਸਾਂ ਉਹਦੇ 'ਚ ਵੀ ਹੋਰ ਜ਼ਿਆਦਾ ਟਾਈਟਨ ਕੀ ਕਰਨ ਜਾ ਰਹੇ ਆ ਹੋਮ ਇਕੁਇਟੀ ਸਰ ਪਹਿਲਾਂ 80% ਤੁਹਾਨੂੰ ਆਪਣੇ ਘਰ ਦੀ ਪ੍ਰਾਪਰਟੀ ਵੈਲਿਊ ਤੋਂ ਦੇ ਦਿੰਦੇ ਸੀਗੇ ਉਹਨੂੰ ਘਟਾ ਕੇ 65 ਕਰ ਰਹੇ ਆ ਅੱਛਾ ਨੰਬਰ 1 ਨੰਬਰ 2 ਕਿ ਜੇ ਇਸ ਤਰ੍ਹਾਂ ਹੀ ਘਰਾਂ ਦੀ ਕੀਮਤ ਡਿੱਗਦੀ ਰਹੀ ਤੇ ਬੈਂਕ ਨੇ ਇਹ ਵੀ ਇੰਡੀਕੇਸ਼ਨ ਦਿੱਤੇ ਨੇ ਤੇ ਹੋਮ ਇਕੁਇਟੀ ਨੂੰ ਮੌਰਗੇਜ ਕਨਵਰਟ ਕਰ ਦਿੱਤਾ ਜਾਏਗਾ ਦੇਖੋ ਸਰ ਜੇ ਤੁਹਾਡੇ ਕੋਲ ਹੋਮ ਇਕੁਇਟੀ 1 ਲੱਖ ਦੀ ਹੈਗੀ ਆ ਠੀਕ ਹੈ 1 ਲੱਖ ਤੇ ਮੰਨ ਲਓ ਤੁਹਾਨੂੰ ਜੇ ਪ੍ਰਾਈਮ ਰੇਟ ਆਫ ਇੰਟਰਸਟ ਤੇ ਅੱਜ 4.7 ਤੇ ਤੁਹਾਨੂੰ ਮਿਲੀ ਹੋਈ ਆ ਹੋਮ ਇਕੁਇਟੀ 4.7 1 ਲੱਖ ਤੇ ਮਤਲਬ ਸਾਲ ਦਾ $4700 ਇੰਟਰਸਟ ਹੋ ਗਿਆ ਤੇ ਤੁਸੀਂ ਹੋਮ ਇਕੁਇਟੀ ਦੇ ਸਿਰਫ ਇੰਟਰਸਟ ਪੇ ਕਰਨਾ ਹੁੰਦਾ ਜਿਹੜਾ ਕਿ ਕਹ ਲਓ $400 ਮੰਥਲੀ ਆਏਗਾ ਪਰ ਜੇ ਇਸੇ 1 ਲੱਖ ਨੂੰ ਤੁਸੀਂ ਮੌਰਗੇਜ ਕਨਵਰਟ ਕਰਤਾ ਤਾਂ ਮੌਰਗੇਜ ਤੁਹਾਨੂੰ ਫਿਰ ਪ੍ਰਿੰਸੀਪਲ ਪਲੱਸ ਇੰਟਰਸਟ ਪੇ ਕਰਨਾ ਪੈਂਦਾ ਤੇ ਜੇ ਉਹਨੂੰ ਤੁਸੀਂ 25 ਜਾਂ 30 ਸਾਲ 'ਚ ਕਰਤਾ ਫਿਰ ਤੁਹਾਡੀ ਪੇਮੈਂਟ 400 ਦੀ ਜਗ੍ਹਾ ਜਿਹੜੀ ਆ 450 ਜਾਂ 500 ਹੋ ਜਾਣੀ ਆ ਉਹ ਹੋਰ ਵੀ ਜ਼ਿਆਦਾ ਦੁਵਿਧਾ ਹੋ ਜਾਣੀ ਹੈ ਸਰ ਅੱਛਾ ਇੱਕ ਥੋੜ੍ਹੀ ਜਿਹੀ ਕਲੈਰੀਫਿਕੇਸ਼ਨ ਇਹ ਮੰਗ ਰਹੇ ਨੇ ਕਿ ਜਿਹੜੀ ਐਗਜ਼ਿਸਟਿੰਗ ਕਾਰ ਲੋਨ ਨੇ ਜੀ ਉਹਨਾਂ 'ਤੇ ਵੀ ਅਸਰ ਪਊਗਾ 100% ਪਊਗਾ ਸਰ ਜੇ ਵੇਰੀਏਬਲ ਰੇਟ ਆਫ ਇੰਟਰਸਟ ਹੈਗਾ ਆ ਡਿਪੈਂਡਿੰਗ ਔਨ ਫਿਕਸ ਰੇਟ ਆਫ ਇੰਟਰਸਟ ਲਿਆ ਜਾਂ ਵੇਰੀਏਬਲ ਜੇ ਫਿਕਸ ਲਿਆ ਤਾਂ ਕੋਈ ਫਰਕ ਨਹੀਂ ਹੈ ਪਰ ਮੋਸਟਲੀ ਲੋਨ ਜਿਹੜੇ ਵੇਰੀਏਬਲ ਤੇ ਹੈਗੇ ਨੇ ਉਹਨਾਂ ਨੂੰ ਫਰਕ ਪਊਗਾ ਸਰ ਇਹ ਰੁਪਿੰਦਰ ਪੁੱਛ ਰਹੇ ਨੇ ਕਿ ਮੇਰੇ ਫਰੈਂਡ ਕੋਲ ਸਕੋਸ਼ੀਆ ਬੈਂਕ ਨਾਲ ਮੌਰਗੇਜ ਹੈ ਪਰ ਉਹਨਾਂ ਦੀ ਜਿਹੜੀ ਪੇਮੈਂਟ 'ਚ ਕੋਈ ਫਰਕ ਪਿਆ ਨਹੀਂ ਅਜੇ ਸਰ ਉਹ ਤੁਹਾਨੂੰ ਦੱਸਿਆ ਵੀ ਪ੍ਰਿੰਸੀਪਲ 'ਚ ਘੱਟ ਜਾ ਰਿਹਾ ਲੇਕਿਨ ਇੰਟਰਸਟ ਪੇਮੈਂਟ ਥੋੜ੍ਹੀ ਜ਼ਿਆਦਾ ਜਾਣੀ ਸ਼ੁਰੂ ਹੋ ਗਈ ਹੈ ਸਰ ਉਹ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਲੇਕਿਨ ਫਰਕ ਪੈ ਚੁੱਕਿਆ ਸਰ ਸੰਜੀਵ ਕਹਿ ਰਹੇ ਨੇ ਪਤਾ ਨਹੀਂ ਇਸ ਕੁਐਸਚਨ ਨਾਲ ਕੀ ਕਨੈਕਸ਼ਨ ਇਹਦਾ ਕਿ ਵਾਈ ਇੰਡੀਅਨ ਬੈਂਕਸ ਆਰ ਆਲਵੇਜ਼ ਇਨ ਲਾਸਸ That's, you know, the political situation in India, you know. Yeah, I don't know. Okay, ਅੱਗੇ ਵੀ ਜਿਹੜਾ ਸਵਾਲ ਹੈ ਇਹ ਥੋੜ੍ਹਾ ਜਿਹਾ ਕੁਛ ਕੁਐਸਚਨ ਨੇ ਜਿਹੜੇ ਸਾਡੇ ਅੱਜ ਦੀ ਡਿਸਕਸ਼ਨ ਨਾਲ ਸੰਬੰਧਿਤ ਨਹੀਂ ਖੈਰ ਅਸੀਂ ਉਹ ਛੱਡ ਰਹੇ ਹਾਂ ਫਿਲਹਾਲ ਵਾਸਤੇ ਤੇ ਕੋਈ ਹੋਰ ਹੁਣ ਆਖਰ ਦੇ ਵਿੱਚ ਕੋਈ ਤੁਸੀਂ ਇਸ ਵੇਲੇ ਕਿਉਂਕਿ ਫਿਕਰਮੰਦੀ ਤੇ ਸਭ ਨੂੰ ਹੈ ਇੱਕ ਫਿਕਰਮੰਦੀ ਸਭ ਨੂੰ ਇਹ ਹੈ ਵੀ ਕੀ ਇਹ ਹੁਣ ਸਾਰੇ ਖਰਚੇ ਰੋਕ ਦੇਣ ਦਾ ਟਾਈਮ ਹੈ ਕਿ ਜਾਂ ਕੀ ਕੀਤਾ ਜਾਏ ਦੇਖੋ ਸਰ ਅੱਛੀ ਨਿਊਜ਼ ਤਾਂ ਮੈਂ ਦੱਸਦਾ ਹੁਣ ਪਿਛਲੇ ਇੱਕ ਹਫ਼ਤੇ ਦੇ ਅੰਦਰ ਜਿਹੜੀ ਇਨਫਲੇਸ਼ਨ ਹੁਣ ਤੁਸੀਂ ਅਮਰੀਕਾ ਦੀ ਦੇਖੀ 9.1% ਆਈ ਹੈ ਜੂਨ 'ਚ ਕੈਨੇਡਾ ਦੀ ਵੀ ਵਿਲ ਬੀ ਮੋਰ ਦੈਨ 8% ਜਿਹੜੀ ਕਿ ਫੋਰ ਦੀ ਮੰਥ ਆਫ ਮੇ ਵਾਸ 7.7%.
ਮੇਨ ਜਿਹੜਾ ਇਨਫਲੇਸ਼ਨ ਦੇ ਅੰਦਰ ਕੰਟਰੀਬਿਊਟਰ ਹੈ ਉਹ ਤੁਸੀਂ ਆਇਲ ਆ, ਠੀਕ ਹੈ, ਆਇਲ ਹੈ, ਸਪਲਾਈ ਚੇਨ ਹੈ। ਸਪਲਾਈ ਚੇਨ ਜਿਹੜੀ ਹੈ ਉਹ ਡੈਫੀਨੇਟਲੀ ਬਿਕਾਜ਼ ਆਫ ਯੂਕਰੇਨ ਵਾਰ। ਸੈਕੰਡ, ਜਿਹੜੇ ਚਾਈਨਾ ਦੇ ਅੰਦਰ ਉਹਨਾਂ ਨੇ ਲੋਕਡਾਊਨ ਲਾਇਆ, ਉੱਥੇ ਰਾ ਮਟੀਰੀਅਲ ਨਹੀਂ ਆ ਰਿਹਾ। ਮੈਂ ਦੇਖਿਆ 500 ਸ਼ਿਪਸ ਤੇ ਉੱਥੇ ਜਿਹੜੇ ਆ ਉਹਨਾਂ ਦੀ ਕੈਪੀਟਲ ਦੇ ਬਾਹਰ ਖੜੇ ਆ ਜੀ, ਅਤੇ ਉਹ ਹਲੇ ਡੌਕ ਹੀ ਨਹੀਂ ਹੋ ਰਹੇ ਕਿਉਂਕਿ ਲੋਕਡਾਊਨ ਹੈਗਾ ਆ, ਰਾ ਮਟੀਰੀਅਲ ਨਹੀਂ ਆ ਰਿਹਾ। ਨੈਚੁਰਲੀ ਐਵਰੀਥਿੰਗ ਇਜ਼ ਕੰਟਰੀਬਿਊਟਿੰਗ ਟੂਵਰਡਸ ਦੈਟ। ਪਹਿਲੀ ਸਿਚੁਏਸ਼ਨ ਆਇਲ ਜਿਹੜਾ ਹੈ ਜੀ, ਆਇਲ 8-10% ਡਿੱਗਿਆ ਪਿਛਲੇ ਹਫ਼ਤੇ 'ਚ, ਅਤੇ ਦੈਟ ਇਜ਼ ਅ ਗੁੱਡ ਇੰਡੀਕੇਟਰ ਕਿ ਆਇਲ ਜੇ ਥੱਲੇ ਆ ਰਿਹਾ ਦੈਟ ਮੀਨਸ ਇਨਫਲੇਸ਼ਨ ਥੱਲੇ ਆ ਜਾਊਗੀ। ਹਾਂ, ਇਨਫਲੇਸ਼ਨ ਤਾਂ ਥੋੜ੍ਹੀ ਠੱਲ ਪਾਊਗੀ, ਨੰਬਰ 1। ਨੰਬਰ 2, ਸਾਡੇ ਇੱਥੇ ਤੁਸੀਂ ਦੇਖੋ ਪ੍ਰੋਵਿੰਸ ਦੇ ਅੰਦਰ ਸਰਕਾਰ ਨੇ ਉਹ 5.7 ਜਾਂ 5.8 ਸੈਂਟਸ ਪਰ ਲੀਟਰ ਡੀਜ਼ਲ ਔਰ ਗੈਸ ਤੇ ਟੈਕਸ ਜਿਹੜਾ 6 ਮਹੀਨਿਆਂ ਲਈ ਜੁਲਾਈ 1 ਤੋਂ ਲੈ ਕੇ ਦਸੰਬਰ 31 ਤੱਕ ਉਹ ਖਤਮ ਕਰਤਾ ਆ। ਉਹ ਚੰਗੀ ਗੱਲ ਆ, ਉਹਦੇ ਨਾਲ ਵੀ ਆਇਲ ਪ੍ਰਾਈਸਿਸ ਘਟਿਆ। ਤੀਸਰੀ ਗੱਲ, ਬਾਈਡਨ ਸਾਹਿਬ ਅੱਜ ਗਏ ਹੋਏ ਆ, ਅੱਜ ਮੈਂ ਕਿਹਾ ਉਹਨੇ ਸਾਊਦੀ ਅਰਬ ਦੇ ਜਿਹੜੇ ਕਿੰਗ ਆ ਉਹਦੇ ਨਾਲ ਮੀਟਿੰਗ ਹੋਣੀ ਹੈ। ਹੀ ਇਜ਼ ਟਰਾਈਂਗ ਟੂ ਇਨਫਲੂਐਂਸ ਕਿ ਓਪੈਕ ਜਿਹੜੀ ਹੈ ਆਪਣੀ ਪ੍ਰੋਡਕਸ਼ਨ ਵਧਾ ਦੇਵੇ, ਥੋੜ੍ਹਾ ਜਿਹਾ ਇਹਦੇ ਨਾਲ ਕੁਛ ਜਿੱਠਿਆ ਜਾ ਸਕੇ। ਜੇ ਗੈਸ ਤੇ ਥੋੜਾ ਰਾਹਤ ਮਿਲ ਜੇ ਇਹਦੇ ਨਾਲ ਵੀ ਬਾਕੀ ਓਵਰਆਲ ਇਨਫਲੇਸ਼ਨ ਨੂੰ ਕੰਟਰੋਲ ਓਵਰਆਲ ਕਾਫੀ ਇਹਦੇ ਤੇ ਫਰਕ ਪਊਗਾ। ਚੌਥੀ ਗੱਲ ਸਰ ਇਹ ਵੀ ਹੈਗੀ ਆ ਕਿ ਜਿਹੜੇ ਪੈਂਡੈਮਿਕ 'ਚ ਲੋਕੀ ਲੋਕਡਾਊਨ 'ਚ ਘਰ ਬੰਦ ਸੀਗੇ ਜਾਂ ਜੋ ਵੀ ਸੀਗਾ, ਉਹ ਲੋਕਾਂ ਨੇ ਜਦੋਂ ਹੁਣ ਖੁੱਲ੍ਹਿਆ ਇੱਕਦਮ ਫਸਟ ਫੇਸ ਜਿਹੜਾ ਉਹ ਨਿਕਲ ਜਾ ਰਿਹਾ ਹੈ। ਬਾਈ ਐਂਡ ਆਫ ਅਗਸਟ ਲੋਕਾਂ ਦੀ ਸਾਰੀਆਂ ਵੈਕੇਸ਼ਨ ਵੀ ਖਤਮ ਹੋ ਜਾਣੀਆਂ, ਔਰ ਜਿਹੜਾ ਹੋਰ ਵੀ ਜਿਹੜਾ ਇਹਨਾਂ ਦੇ ਲਗਜ਼ਰੀ ਚੀਜ਼ਾਂ ਜਿਹੜੀਆਂ ਐਕਸਪੈਂਸਿਸ ਜਿਹੜੀਆਂ ਉਹ ਵੀ ਖਤਮ ਮਤਲਬ ਘੱਟ ਜਾਣਗੀਆਂ, ਅਤੇ ਡੈਫੀਨੇਟਲੀ ਇਹਦੇ 'ਤੇ ਇਨਫਲੇਸ਼ਨ 'ਤੇ ਜਿਹੜਾ ਹੈ ਜੀ ਇਹ ਕਾਫੀ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਕੁਛ ਜੀ ਬਿਲਕੁਲ ਲੱਗੇਗੀ। ਉਮੀਦ ਰੱਖੀਏ ਜੀ ਕਿ ਉਧਰੋਂ ਵੀ ਕੁਛ ਰਾਹਤ ਮਿਲੇ, ਅਤੇ ਇੱਧਰ ਤਾਂ ਫਿਰ ਹੁਣ ਆਦਤ ਪਾਉਣੀ ਪੈਣੀ ਹੈ ਕਿਉਂਕਿ ਰੇਟ ਆਫ ਇੰਟਰਸਟ ਤਾਂ ਕਹਿੰਦੇ ਆਦਤ ਹੈ ਜੀ। ਬਿਲਕੁਲ ਪਹਿਲਾਂ ਤਕਲੀਫ ਹੁੰਦੀ ਹੈ, ਮੁੜ ਕੇ ਆਦਤ ਪੈ ਜਾਂਦੀ ਹੈ। ਅਤੇ ਬਹੁਤ ਸ਼ੁਕਰੀਆ ਜੀ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ।